अकाल मूरत अजूनी सैभं गुर प्रसाद। जप आद सच जुगाद सच है पी सच। नानक होसी पी सच। हम मैले तुम उजल करते, हम निर्गुण तुम दाता। हम मूरख तुम चतुर सियाणे, तू सर्ब कला का ज्ञाता। माधो हम ऐसे तू ऐसा, हम पापी तुम पाप खंडन। नीको ठाकुर देसा, ना हो जति सती नहीं पड़या। मूर्ख मुगदा जन्म पया, पर्णवत नानक तिनकी शरणा। जिन तू नाही विसरया, पर्णवत नानक तिनकी शरणा। जिन तू नाही विसरया। परम सम्मान योग शब्द गुरु सतगुरु साहिब श्री गुरु ग्रंथ साहिब महाराज जी दी पावन पवित्र खजूरी अंदर सतगुरु जी दे पावन पवित्र रब्बी इलाही बचना दा कीर्तन सरवण कर रहे गुरु प्यारे सतसंगी जनों। धन गुरु ग्रंथ साहिब जी दी अपार बख्शिश है। वड्डे भागां दे यही लक्षण ने कि किसी भी प्राणी नूं सतगुरु दी संगत विच बैठ के इलाही गुरबाणी दे कीर्तन सरवण करन दा, सतगुरु दे पावन पवित्र बचनां दा पाठ करना, सतगुरु दे अमृत भरपूर बचनां दी विचार करनी ते उस विचार नूं सरवण कर लेना बड़े उत्तम भाग ने। पर इस तो भी उत्तम भाग उन्हां गुरमुख जोड़ियां दे ने जिन्हां ने गुरु के बचन नूं सुनिया ही नहीं, अपने हिरदे विच उहनूं धारण करके जिंदगी विच कमाण दी कोशिश भी करदे। सतगुरु ने इसे करके बाणी विच कहा सी, महाराज बचन करदे ने प्यारिया, संगत तो बिना कदी अंदर निर्मल नहीं होना, निर्मल होण तो बिना कदी अंदर नूं टिकाओ नहीं मिलना, ते टिकण तो बिना कदी इस हिरदे दे अंदर एक ओंकार दी कृपा नहीं होनी। हजूर ने बाणी विच कहा, साहब कहंदे ने बिन भागां सत संग ना लभै, बिन संगत मैल भरीजै जियो। साहब कहंदे ने वड भागी हर संगत पावै, भागहीन भ्रम चोटां खावै। गुरु की संगत विच इन्नी समर्थ है। हजूर दे बचन असीं पढ़ने आ, मेरे माधो जी सत संगत मिले सो तरिया। ते तरदा किस तरह गुर प्रसाद परम पद पाया,
गुरु की बख्शिश नाल ओनू परम पदवी, सब तो उच्ची पदवी प्राप्त हो गई। सूके कास्ट हरिया ते गुरु की संगत नाल सुके खिरदे भी ਜਿਹੜੇ ਨੇ ਉਹਨਾਂ ਵਿੱਚ ਹਰਿਆਵਲ ਆ ਜਾਂਦੀ। ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰੇ ਆਪਣੀ ਸਾਧ ਸੰਗਤ ਨਾਲ ਆਪਣੀ ਚਰਨ ਸ਼ਰਨ ਵਿੱਚ ਰੱਖ ਕੇ ਇਲਾਹੀ ਗੁਰਬਾਣੀ ਨਾਲ ਜੋੜ ਲੈਣ। ਪਿਆਰਿਓ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜਿਨ੍ਹਾਂ ਦਾ ਪਾਵਨ ਪਵਿੱਤਰ ਆਗਮਨ ਪੁਰਬ ਪਿਛਲੇ ਦਿਨਾਂ ਆਪਾਂ ਮਨਾਇਆ, ਅੱਜ ਵੀ ਗੁਰੂ ਕੇ ਪਿਆਰੇ ਸਿੱਖਾਂ ਵੱਲੋਂ ਇਸ ਸੰਬੰਧ ਵਿੱਚ ਹੀ ਗੁਰੂ ਦਰਬਾਰ ਵਿੱਚ ਸੇਵਾ ਕੀਤੀ ਜਾ ਰਹੀ ਹੈ। ਪਿਆਰਿਓ, ਆਓ ਉਸ ਗੁਰੂ ਨਾਨਕ ਬਾਬਾ ਜੀ ਦਾ ਪਵਿੱਤਰ ਜੀਵਨ ਔਰ ਹਜ਼ੂਰ ਦੀ ਇਲਾਹੀ ਗੁਰਬਾਣੀ ਗੁਰਮਤ ਦੀ ਵਿਚਾਰ ਆਪਾਂ ਕਰਨੀ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਆਪ ਹੀ ਬਖਸ਼ਿਸ਼ ਕਿਰਪਾਲਤਾ ਕਰੋ, ਇਸ ਅੰਦਰ ਨੂੰ ਟਿਕਾਓ, ਇਕਾਗਰਤਾ ਬਖਸ਼ੋ, ਪ੍ਰੇਮ ਨਾਲ ਭਿੱਜ ਕੇ ਆਪਣੇ ਪਵਿੱਤਰ ਬਚਨਾਂ ਦੀ ਵਿਚਾਰ ਆਪ ਹੀ ਕਿਰਪਾ ਕਰਕੇ ਕਰਾ ਲਵੋ। ਕਰੋ ਕਿਰਪਾ ਸਮੂਹ ਮਾਈ ਭਾਈ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਨਾਲ ਆਪਾਂ ਪਿਛਲੇ ਐਤਵਾਰ ਇਹ ਵਿਚਾਰ ਕੀਤੀ ਸੀ ਕਿ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੁਲਤਾਨਪੁਰ ਦੀ ਧਰਤੀ ਤੇ ਜਿੱਥੇ ਮੋਦੀ ਦੀ ਕਿਰਤ ਪੈ ਕਰਦੇ ਨੇ, ਉੱਥੇ ਪਿਆਰੇ ਪਰਮੇਸ਼ਵਰ ਜੀ ਦਾ ਰੱਬੀ ਸੱਦਾ ਆਇਆ। ਉਸ ਮਾਲਕ ਦੇ ਚਰਨਾਂ ਵਿੱਚ ਸੀਸ ਝੁਕਾਉਂਦਿਆਂ ਹੋਇਆਂ ਅਰਜ਼ ਕੀਤੀ ਸੀ, ਹਜ਼ੂਰ ਉਸ ਪਰਮੇਸ਼ਵਰ ਦੇ ਦਰ ਤੇ ਗਏ ਨੇ। ਉਸ ਮਾਲਕ ਦੇ ਘਰ ਵਿੱਚੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਭਾਈ ਗੁਰਦਾਸਪੁਰਾ ਮੁਤਾਬਕ ਕਿ ਗੁਰੂ ਨਾਨਕ ਸਾਹਿਬ ਜੀ ਨੇ ਨਾਮ ਦੀ ਦਾਤ ਲਿਆਂਦੀ ਹੈ, ਨਿਮਰਤਾ ਦੀ ਦਾਤ ਲਿਆਂਦੀ ਹੈ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਆਪ ਖੁਦ ਬਾਣੀ ਵਿੱਚ ਕਹਿੰਦੇ ਨੇ, ਢਾਡੀ ਉਸ ਮਾਲਕ ਦੇ ਮਹਿਲ ਵਿੱਚ ਗਿਆ, ਢਾਡੀ ਦੀ ਝੋਲੀ ਵਿੱਚ ਮਾਲਕ ਨੇ ਆਪਣੇ ਨਾਮ ਅੰਮ੍ਰਿਤ ਦਾ ਭੋਜਨ ਦਿੱਤਾ ਹੈ, ਭੋਜਨ ਪਾਇਆ ਹੈ। ਢਾਡੀ ਨੂੰ ਮੇਰੇ ਮਾਲਕ ਨੇ ਆਪਣੀ ਸਿਫਤ ਸਲਾਹ ਦਾ ਕੱਪੜਾ ਦਿੱਤਾ ਹੈ, ਸਰਪਾਉ ਦਿੱਤਾ ਹੈ, ਪੋਸ਼ਾਕ ਦਿੱਤੀ ਹੈ। ਤੇ ਹਜ਼ੂਰ ਕਹਿੰਦੇ ਨੇ, ਹੇ ਮੇਰੇ ਮਾਲਕ, ਹੁਣ ਤੇਰਾ ਢਾਡੀ ਤੁਰੇਗਾ ਤੇ ਕੀ ਕਰਨ ਵਾਸਤੇ ਤੁਰੇਗਾ? ਤੇਰੇ ਸ਼ਬਦ ਦੀ ਕਿਰਪਾ ਨਾਲ, ਤੇਰੀ ਰਹਿਮਤ ਦਾ ਸਦਕਾ, ਤੇਰੇ ਨਾਮ ਦੀ ਕਿਰਪਾ ਨਾਲ ਮੇਰੇ ਮਾਲਕ ਜੀਓ, ਤੇਰਾ ਢਾਡੀ ਹੁਣ ਤੇਰੇ ਨਾਮ ਦਾ ਪ੍ਰਚਾਰ ਕਰੇਗਾ। ਸਤਿਗੁਰੂ ਕੀ ਅੰਮ੍ਰਿਤਮਈ ਬਾਣੀ ਵਿੱਚ ਹਜ਼ੂਰ ਨੇ ਕਿਹਾ ਸੀ, ਬਚਨ ਆਪਾਂ ਪੜ੍ਹਿਆ ਸੀ ਉਦਣ ਕਿ ਹਉ ਢਾਡੀ ਵੇਕਾਰ ਕਾਰੈ ਲਾਇਆ, ਰਾਤ ਦਿਉ ਕੈ ਵਾਰ ਧੁਰੂ ਪਰਮਾਇਆ, ਢਾਡੀ ਸੱਚੈ ਮਹਿਲ ਖਸਮ ਬੁਲਾਇਆ। ਤੇ ਇੱਥੇ ਸਾਹਿਬ ਨੇ ਕਿਹਾ ਸੀ, ਪਿਆਰਿਓ, ਉਸ ਮਾਲਕ ਨੇ ਨਾਮ ਅੰਮ੍ਰਿਤ ਭੋਜਨ ਦਿੱਤਾ, ਸੱਚੀ ਸਿਫਤ ਸਲਾਹ ਕੱਪੜਾ ਆਇਆ, ਸੱਚਾ ਅੰਮ੍ਰਿਤ ਨਾਮ ਭੋਜਨ ਪਾਇਆ, ਗੁਰਮਤੀ ਖਾਧਾ ਰਜ ਤਿੰਨ ਸੁਖ ਪਾਇਆ। ਤੇ ਸਾਹਿਬ ਕਹਿੰਦੇ ਨੇ, ਹੁਣ ਢਾਡੀ ਕਰੈ ਪਸਾਓ। ਪਸਾਓ ਦਾ ਅਰਥ ਹੁੰਦਾ ਪ੍ਰਚਾਰ ਕਰਨਾ। ਪਸਾਓ ਦਾ ਅਰਥ ਉਸ ਮਾਲਕ ਦੇ ਸੰਦੇਸ਼ ਨੂੰ ਦੁਨੀਆ ਤੱਕ ਪਹੁੰਚਾਉਣਾ। ਢਾਡੀ ਕਰੈ ਪਸਾਓ, ਪਰ ਕਿਵੇਂ ਪਸਾਓ ਕਰੇਗਾ? ਸ਼ਬਦ ਵਜਾਇਆ, ਉਸ ਪਿਆਰੇ ਵਾਹਿਗੁਰੂ ਜੀ ਦੇ ਸ਼ਬਦ ਦੇ ਚੋਟ ਨਾਲ, ਉਸ ਸ਼ਬਦ ਦੀ ਕਿਰਪਾ ਦੇ ਨਾਲ। ਇਹੀ ਬਚਨ ਭਾਈ ਗੁਰਦਾਸ ਦੇ ਆਪਾਂ ਜਿਸ ਦਿਨ ਉੱਥੇ ਛੱਡੇ ਸਨ, ਉੱਥੋਂ ਅੱਗੇ ਤੁਰਨਾ। ਭਾਈ ਸਾਹਿਬ ਨੇ ਕਿਹਾ ਸੀ, ਬਾਬਾ ਪੈਂਦਾ ਸੱਚਖੰਡ, ਨੌਨਿਦ ਨਾਮ ਗਰੀਬੀ ਪਾਈ। ਤੇ ਫਿਰ ਹਜ਼ੂਰ ਨੇ ਕੀ ਕੀਤਾ ਹੈ? ਬਾਬਾ ਦੇਖੈ ਧਿਆਨ ਧਰ, ਪੂਰਨ ਟਿਕਾਓ ਵਿੱਚ ਧਿਆਨ ਵੀ ਝਾਤੀ ਮਾਰਿਆ। ਤੇ ਕੀ ਤੱਕਦੇ ਨੇ ਦੁਨੀਆ ਨੂੰ? ਬਾਬਾ ਦੇਖੈ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸ ਆਈ। ਸਾਰੀ ਦੁਨੀਆ ਜਿਹੜੀ ਇਹ ਸੜਦੀ ਪਈ ਏ, ਸਾਰੀ ਧਰਤੀ ਜਲਦੀ ਪਈ ਏ। ਤੇ ਜਲਣ ਦਾ ਕਾਰਨ ਕੀ ਏ? ਤੇ ਸਾਹਿਬ ਕਹਿੰਦੇ ਨੇ, ਕੇਵਲ ਸੜਦੀ ਨਹੀਂ, ਲੋਕਾਂ ਦੀਆਂ ਹਾਏ ਹਾਏ ਦੀਆਂ ਆਵਾਜ਼ਾਂ ਵੀ ਗੁਰਦੇਵ ਦੇ ਕੰਨਾਂ ਵੀ ਸੁਣਾਈ ਦਿੱਤੀਆਂ ਨੇ। ਮਹਾਰਾਜ ਬਚਨ ਕਰਦੇ ਨੇ ਕਿ ਜਲਤੀ ਸਭ ਪ੍ਰਿਥਵੀ ਦਿਸ ਆਈ, ਬਾਝੋਂ ਗੁਰੂ ਗੁਬਾਰ ਹੈ, ਖੈ ਹੈ ਕਰਦੀ ਸੁਣੀ ਲਕਾਈ। ਹਾਏ ਹਾਏ ਦੀ ਆਵਾਜ਼ ਪਈ ਆਉਂਦੀ ਏ। ਬਾਬੇ ਭੇਖ ਬਣਾਇਆ, ਉਦਾਸੀ ਦੀ ਰੀਤ ਚਲਾਈ। ਤੇ ਮੇਰੇ ਗੁਰੂ ਨਾਨਕ ਸਾਹਿਬ ਸੁਲਤਾਨਪੁਰ ਤੋਂ ਤੁਰੇ ਨੇ, ਕਾਸ ਲਈ ਚੜਿਆ ਸੋਧਣ ਧਰਤ ਲੁਕਾਈ। ਇਸ ਧਰਤੀ ਦੇ ਸੁਧਾਰ ਲਈ, ਇਸ ਲੁਕਾਈ ਨੂੰ ਸੋਧਣ ਵਾਸਤੇ, ਜਿਹਨਾਂ
ਹਾਏ ਹਾਏ ਕਰਦੇ ਹੋਏ ਜੀਵਾਂ ਨੂੰ ਸੁੱਖ ਦੇਣ ਲਈ, ਸੜਦੇ ਹੋਏ ਲੋਕਾਂ ਦੇ ਅੰਦਰ ਨੂੰ ਠੰਡ ਦੇਣ ਲਈ। ਪਿਆਰਿਓ, ਧੰਨ ਗੁਰੂ ਨਾਨਕ ਸਾਹਿਬ ਸੁਲਤਾਨਪੁਰ ਤੋਂ ਤੁਰ ਲੱਗੇ ਨੇ। ਉਸ ਤੋਂ ਪਹਿਲਾਂ ਕਈ ਅਜੀਬ ਘਟਨਾਵਾਂ ਵੀ ਵਾਪਰੀਆਂ ਨੇ। ਹਜ਼ੂਰ ਮੇਰੇ ਸੱਚੇ ਪਾਤਸ਼ਾਹ ਸ਼ਮਸ਼ਾਨ ਘਾਟ ਵਿੱਚ ਟਿਕੇ ਨੇ। ਪਰ ਚੇਤੇ ਰੱਖਿਓ, ਗੁਰੂ ਨੂੰ, ਪਰਮੇਸ਼ਵਰ ਨੂੰ ਜਪਣ ਵਾਲੇ ਨੂੰ ਕੋਈ ਵਿਰਲੀ ਅੱਖ ਹੀ ਪਹਿਚਾਣ ਸਕਦੀ ਏ, ਨਹੀਂ ਤੇ ਆਮ ਤੌਰ ਤੇ ਲੋਕ ਉਹਨੂੰ ਨੇੜੇ ਹੁੰਦਿਆਂ ਹੋਇਆਂ, ਦੇਖਦਿਆਂ ਹੋਇਆਂ ਵੀ ਉਹਨੂੰ ਆਪਣੇ ਅੰਦਰੋਂ ਪਹਿਚਾਣ ਨਹੀਂ ਸਕਦੇ। ਡਾਕਟਰ ਤਾਰਨ ਸਿੰਘ ਇੱਕ ਬੜੇ ਗੁਰਮੁਖ ਵਿਦਵਾਨ ਹੋਏ ਨੇ। ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਜੀਵਨ ਤੇ ਇੱਕ ਬੜਾ ਪਿਆਰਾ ਲੇਖ ਲਿਖਿਆ। ਉਹ ਕਹਿੰਦੇ ਨੇ, ਅਸੀਂ ਲੋਕ ਕਈ ਵਾਰੀ ਦਿਨ ਰਾਤ ਅਰਦਾਸਾਂ ਤਾਂ ਕਰਨੇ ਆ ਕਿ ਮਾਲਕਾ ਤੇਰੇ ਦਰਸ਼ਨ ਚਾਹੀਦੇ ਨੇ। ਲੋਕ ਕਹਿਣਗੇ ਖੁਦਾ ਤੇਰੇ ਦੀਦਾਰ ਹੋਣ, ਕੋਈ ਕਹੇਗਾ ਪ੍ਰਭੂ ਮੈਂ ਤੇਰੇ ਦਰਸ਼ਨਾਂ ਦੀ ਤਾਂਘ ਵਿੱਚ ਬੈਠਾ ਵਾਂ। ਉਹ ਕਹਿੰਦੇ ਨੇ, ਅਸਲੀਅਤ ਜੇ ਅਸੀਂ ਆਪਣੀ ਜ਼ਬਾਨ ਤੋਂ ਤਾਂ ਪਰਮੇਸ਼ਵਰ ਦੇ ਦਰਸ਼ਨਾਂ ਦੀ ਜਾਚਨਾ ਦਿਨ ਰਾਤ ਕਰਨੇ ਆ, ਤੇ ਕਈ ਵਾਰੀ ਮੇਰਾ ਪਰਮੇਸ਼ਵਰ ਜੇ ਸਰਗੁਣ ਰੂਪ ਵਿੱਚ ਸਾਹਮਣੇ ਵੀ ਆ ਜਾਏ, ਅਸੀਂ ਉਹਨੂੰ ਪਹਿਚਾਨ ਨਹੀਂ ਸਕਦੇ। ਸਾਡੀ ਨਜ਼ਰ ਉਹਨੂੰ ਪਹਿਚਾਨ ਨਹੀਂ ਸਕਦੀ। ਬਜਾਏ ਕਿ ਉਹਦਾ ਅਦਬ ਕਰਨ ਦੇ, ਅਸੀਂ ਉਹਨੂੰ ਨਾ ਪਹਿਚਾਣਦੇ ਹੋਇਆਂ ਕਈ ਵਾਰੀ ਇਹੋ ਜਿਹੇ ਸ਼ਬਦ ਵਰਤ ਲੈਂਦੇ ਆ ਜਿਹੜੇ ਸ਼ਬਦ ਉਹਦੀ ਸ਼ਖਸੀਅਤ ਦੇ ਨਾਲ ਢੁਕਦੇ ਨੇ। ਡਾਕਟਰ ਤਾਰਨ ਸਿੰਘ ਲਿਖਦੇ ਨੇ, ਗੁਰੂ ਨਾਨਕ ਸਾਹਿਬ ਸ਼ਮਸ਼ਾਨ ਘਾਟ ਵਿੱਚ ਬੈਠੇ ਨੇ। ਚੇਤੇ ਰੱਖਿਓ, ਦੁਨੀਆ ਨੇ ਉਸ ਵਕਤ ਵੀ ਮੇਰੇ ਗੁਰੂ ਨਾਨਕ ਸਾਹਿਬ ਨੂੰ ਦੇਖਿਆ। ਤੇ ਹਜ਼ੂਰ ਦੀ ਬਾਣੀ ਵਿੱਚ ਵੀ ਪੁੱਛ ਲਈਏ, ਦਾਤਾ ਜੀ ਲੋਕਾਂ ਨੇ ਕਿਹੜੀ ਕਿਹੜੀ ਨਜ਼ਰ ਨਾਲ ਤੈਨੂੰ ਤੱਕਿਆ? ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਸਿੱਖੋ ਅੰਮ੍ਰਿਤਮਈ ਬਾਣੀ ਏ। ਲੋਕਾਂ ਨੇ ਮੈਨੂੰ ਦੇਖਿਆ ਜ਼ਰੂਰ ਏ, ਪਰ ਪਹਿਚਾਨਣ ਵਾਲੇ ਬੜੇ ਘੱਟ ਨੇ। ਕਹਿਣ ਲੱਗੇ, ਤਿੰਨ ਤਰ੍ਹਾਂ ਨੇ ਨਾਲ ਲੋਕਾਂ ਨੇ ਮੈਨੂੰ ਪੁਕਾਰੇ, ਤਿੰਨ ਲਕਬ ਦਿੱਤੇ ਨੇ, ਤਿੰਨ ਤਰ੍ਹਾਂ ਦੇ ਖਿਤਾਬ ਦਿੱਤੇ ਨੇ, ਤਿੰਨ ਨਾਵਾਂ ਨਾਲ ਮੈਨੂੰ ਜਾਣਿਆ। ਤੇ ਪੁੱਛਿਆ, ਦਾਤਾ ਜੀ ਉਹ ਤਿੰਨ ਨਾਮ ਕਿਹੜੇ? ਤੇ ਹਜ਼ੂਰ ਨੇ ਕਿਰਪਾ ਕਰਕੇ ਬਾਣੀ ਵਿੱਚ ਬਚਨ ਕੀਤਾ। ਕਹਿਣ ਲੱਗੇ, ਕੁਝ ਤਾਂ ਲੋਕ ਐਸੇ ਸਨ ਜਿਹੜੇ ਮੇਰੇ ਸਰੀਰ ਨੂੰ ਤੱਕਦੇ ਨੇ, ਮੇਰੇ ਕੰਮਾਂ ਨੂੰ ਤੱਕਦੇ ਨੇ, ਮੇਰੇ ਸ਼ਬਦਾਂ ਨੂੰ, ਮੇਰੇ ਬੋਲਾਂ ਨੂੰ, ਮੇਰੇ ਬਚਨਾਂ ਨੂੰ ਤੱਕਦੇ ਨੇ। ਤੇ ਉਹ ਲੋਕ ਮੇਰੇ ਕੋਲ ਖਲੋ ਕੇ ਕਹਿੰਦੇ ਸਨ, ਛੱਡੋ ਇਹ ਤਾਂ ਭੂਤਨਾ ਹੈ। ਸਤਿਗੁਰੂ ਬਾਣੀ ਵਿੱਚ ਕਹਿੰਦੇ ਨੇ। ਕਹਿਣ ਲੱਗੇ, ਕੁਝ ਕੁ ਤਾਂ ਕਹਿਣ ਲੱਗ ਪਏ ਇਹ ਭੂਤਨਾ ਹੈ, ਤੇ ਕੁਝ ਐਸੇ ਸਨ ਜਿਹੜੇ ਕਹਿਣ ਲੱਗ ਪਏ ਨਹੀਂ ਭੂਤਨਾ ਨਹੀਂ, ਇਹ ਬੇਤਾਲਾ ਹੈ, ਆਪਣੇ ਜੀਵਨ ਦੇ ਤਾਲ ਤੋਂ ਖੁੰਝ ਚੁੱਕਾ ਹੈ। ਤੇ ਹਜ਼ੂਰ ਕਹਿੰਦੇ ਨੇ, ਤੀਜੀ ਤਰ੍ਹਾਂ ਦੇ ਲੋਕ ਉਹ ਸਨ ਜਿਹੜੇ ਦੇਖਦੇ ਸਨ ਤੇ ਕਹਿੰਦੇ ਸਨ, ਛੱਡੋ ਇਹ ਤਾਂ ਭੋਲਾ ਜਿਹਾ ਆਦਮੀ ਏ, ਇਹਨੂੰ ਵਿਚਾਰੇ ਨੂੰ ਤਾਂ ਸਮਝ ਹੀ ਕੋਈ ਨਹੀਂ। ਪਰ ਸਾਹਿਬ ਕਹਿਣ ਲੱਗੇ, ਦੁਨੀਆ ਵਿੱਚ ਕੋਈ ਭੂਤਨਾ ਕਹਿ ਕੇ ਪੁਕਾਰਦਾ ਹੈ, ਕੋਈ ਬੇਤਾਲਾ ਕਹਿ ਕੇ ਆਵਾਜ਼ਾਂ ਮਾਰਦਾ ਹੈ, ਕੋਈ ਆਦਮੀ ਕਹਿ ਕੇ ਪੁਕਾਰਦਾ ਹੈ, ਪਰ ਕਿਸੇ ਨੂੰ ਪਤਾ ਹੀ ਨਾ ਲੱਗਾ ਕਿ ਨਾਨਕ ਤਾਂ ਆਪਣੇ ਪਿਆਰੇ ਵਾਹਿਗੁਰੂ ਦੇ ਨਾਮ ਵਿੱਚ دیਵਾਨਾ ਹੋਇਆ ਬੈਠਾ। ਹਜ਼ੂਰ ਨੇ ਬਾਣੀ ਵਿੱਚ ਬਚਨ ਕਹੇ, ਪਰ ਬੇਤਾਲਾ ਕਿੰਨਾ ਲੋਕਾਂ ਨੇ ਕਿਹਾ, ਭੂਤਨਾ ਕਿੰਨਾ ਲੋਕਾਂ ਨੇ ਕਿਹਾ, ਤੇ ਆਦਮੀ ਕਿੰਨਾ ਲੋਕਾਂ ਨੇ ਕਿਹਾ। ਇਹ ਆਪਾਂ ਗੁਰੂ ਨਾਨਕ ਸਾਹਿਬ ਦੀ ਬਾਣੀ ਵਿੱਚੋਂ ਪੜ੍ਹਨਾ ਹੈ। ਕਿਹੜੇ ਲੋਕ ਨੇ ਜਿਨ੍ਹਾਂ ਲੋਕਾਂ ਨੇ ਭੂਤਨਾ ਸ਼ਬਦ ਵਰਤਿਆ? ਕਿਹੜੇ ਲੋਕ ਨੇ ਜਿਨ੍ਹਾਂ ਨੇ ਬੇਤਾਲਾ ਕਹਿਣਾ ਸ਼ੁਰੂ ਕਰ ਦਿੱਤਾ? ਤੇ ਕੌਣ ਨੇ ਜਿਨ੍ਹਾਂ ਨੇ ਕਿਹਾ ਨਹੀਂ ਇਹ ਇੱਕ ਆਦਮੀ ਵਿਚਾਰਾ ਹੈ? ਹਜ਼ੂਰ ਦੀ ਬਾਣੀ ਵਿੱਚ ਬਚਨ ਆਉਂਦਾ, ਕੋਈ ਆਖੇ ਭੂਤਨਾ, ਕੋ ਕਹੇ ਬੇਤਾਲਾ। ਤੇ ਸਾਹਿਬ ਕਹਿੰਦੇ ਨੇ, ਕੋਈ ਆਖੇ ਆਦਮੀ, ਨਾਨਕ ਵਿਚਾਰਾ। ਤਿੰਨ ਤਰ੍ਹਾਂ ਨਾਲ ਲੋਕਾਂ ਨੇ ਪੁਕਾਰਿਆ ਮੇਰੇ ਸਤਿਗੁਰੂ ਨੂੰ। ਤੇ ਡਾਕਟਰ ਤਾਰਨ ਸਿੰਘ ਲਿਖਦੇ ਨੇ, ਬਾਣੀ ਵਿੱਚੋਂ ਪੜਚੋਲੋ, ਕੌਣ ਉਹ ਲੋਕ ਸਨ ਜਿਹੜੇ ਮੇਰੇ ਬਾਬੇ ਨਿਰੰਕਾਰੀ ਨੂੰ ਭੂਤਨਾ ਕਹਿਣ ਤੁਰੇ? ਤੇ ਉਹ ਕਹਿੰਦੇ ਨੇ, ਉਹ ਲੋਕ ਭੂਤਨਾ ਆਪਾਂ ਉਹਨੂੰ ਕਹਿੰਦੇ ਆ ਜਿਹੜਾ ਐਵੇਂ ਦੁੱਖ ਕਲੇਸ਼ ਪੈਦਾ ਕਰ ਦੇਵੇ। ਤੇ ਕਹਿਣ ਲੱਗੇ, ਉਹਨਾਂ ਲੋਕਾਂ ਨੇ ਹਜ਼ੂਰ ਨੂੰ ਭੂਤਨਾ ਕਿਹਾ ਜਿਨ੍ਹਾਂ ਲੋਕਾਂ ਨੇ ਧਰਮ ਦੇ ਨਾਂ ਤੇ ਕਰਮ ਕਾਂਡ ਕੀਤੇ, ਧਰਮ ਦੇ ਨਾਂ ਤੇ ਚਿੰਨ੍ਹ ਤਾਂ ਧਾਰਨ ਕੀਤੇ ਨੇ, ਪਰ ਆਪਣੀ ਜ਼ਿੰਦਗੀ ਧਰਮ ਤੋਂ ਬਿਲਕੁਲ ਸਖਣੀ ਹੈ। ਜਿਹੜੇ ਪ੍ਰਭੂ ਦੀਆਂ ਗੱਲਾਂ ਕਰਦੇ ਨੇ, ਖੁਦਾ ਦੀਆਂ ਬਾਤਾਂ ਕਰਦੇ ਨੇ, ਪਰ ਅੰਦਰੋਂ ਕਦੀ ਨਾਮ ਦੇ ਸਵਾਦ ਨੂੰ ਚੱਖਿਆ ਨਹੀਂ। ਤੇ ਜਦੋਂ ਹਜ਼ੂਰ ਨੇ ਉਹਨਾਂ ਦੇ ਪਖੰਡ ਨੂੰ, ਉਹਨਾਂ ਦੇ ਕਰਮ ਕਾਂਡ ਨੂੰ, ਉਹਨਾਂ ਦੇ ਕਪਟ ਨੂੰ ਦੁਨੀਆ ਦੇ ਸਾਹਮਣੇ ਪ੍ਰਗਟ ਕੀਤਾ, ਤੇ ਉਹਨਾਂ ਨੇ ਆਪਣੀ ਚਮੜੀ ਬਚਾਉਣ ਦੀ ਖਾਤਰ ਮੇਰੇ ਗੁਰੂ ਨਾਨਕ ਸਾਹਿਬ ਨੂੰ ਭੂਤਨਾ ਕਹਿਣਾ ਸ਼ੁਰੂ ਕਰ ਦਿੱਤਾ। ਭਾਈ ਸਾਹਿਬ, ਭਾਈ ਤਾਰਨ ਸਿੰਘ ਬੜਾ ਸੋਹਣਾ ਲਿਖਦੇ ਨੇ,
ਕਹਿਣ ਲੱਗੇ ਹਜ਼ੂਰ ਨੂੰ ਭੂਤਨਾ ਉਹਨਾਂ ਲੋਕਾਂ ਨੇ ਕਿਹਾ ਜਿਹੜੇ ਪੜ੍ਹੇ ਤਾਂ ਬੜੇ ਸਨ ਪਰ ਜੀਵਨ ਦੇ ਅੰਦਰ ਦੀ ਸੂਝ ਨਹੀਂ ਸੀ, ਜਿਨ੍ਹਾਂ ਨੂੰ ਮੇਰੇ ਹਜ਼ੂਰ ਨੇ ਬਾਣੀ ਵਿੱਚ ਕਿਹਾ ਕਿ ਪੜ ਪੜ ਗੱਡੀ ਲੱਦੀਆਂ, ਪੜ ਪੜ ਭਰੀਆਂ ਸਾਥ, ਪੜ ਪੜ ਬੇੜੀ ਪਾਈਆਂ, ਪੜ ਪੜ ਗੱਡੀਆਂ ਖਾਤ। ਕਹਿਣ ਲੱਗੇ ਜਿਨ੍ਹਾਂ ਨੂੰ ਹਜ਼ੂਰ ਨੇ ਪੜ੍ਹਾਈ ਤੱਕੀ ਏ ਉਹਨਾਂ ਦਾ ਜੀਵਨ ਇਲਮ ਤੇ ਹੈ, ਅੰਦਰ ਅਮਲ ਨਹੀਂ। ਪੜ ਪੜ ਬੇੜੀ ਪਾਈਆਂ, ਪੜ ਪੜ ਗੱਡੀਆਂ ਖਾਤ। ਤੇ ਸਾਹਿਬ ਕਹਿਣ ਲੱਗੇ ਜਿਨ੍ਹਾਂ ਲੋਕਾਂ ਨੇ ਇੰਨੀ ਪੜ੍ਹਾਈ ਕੀਤੀ ਪਰ ਅੰਦਰ ਨਾਮ ਦਾ ਕਿਣਕਾ ਨਹੀਂ ਸੀ, ਤੇ ਹਜ਼ੂਰ ਨੇ ਕਿਹਾ, ਕਹਿਣ ਲੱਗੇ ਸੱਜਣੋ ਇੱਕ ਗੱਲ ਚੇਤੇ ਰੱਖੋ, ਭਾਵੇਂ ਸਾਰੀ ਜ਼ਿੰਦਗੀ ਪੜ੍ਹਦੇ ਰਹੋ, ਜੇ ਇੱਕ ਪਰਮੇਸ਼ਵਰ ਦੇ ਚਰਨਾਂ ਨਾਲ ਸਾਂਝ ਨਹੀਂ ਨਾ ਪਈ, ਨਾਨਕ ਲੇਖਾ ਇੱਕ ਗੱਲ ਹੋਰ ਹਉਮੈ ਝਖਣਾ ਝਾਕ। ਮੈਂ ਸੰਖੇਪ ਵੀ ਸਿਰਫ ਨਿਕਲਣ ਲੱਗਾ ਵਾਂ। ਕਹਿਣ ਲੱਗੇ ਇਸ ਪੜ੍ਹਾਈ ਵਿੱਚ ਕੇਵਲ ਹਉਮੈ ਦਾ ਵਾਦ ਵਿਵਾਦ ਹੈ, ਜੇ ਅੰਦਰ ਨਾਮ ਦੀ ਦਾਤ ਨਹੀਂ। ਤੇ ਜਦੋਂ ਇਹੋ ਜਿਹੇ ਪੜ੍ਹਿਆਂ ਲਿਖਿਆਂ ਦੇ ਅੰਦਰ ਨੂੰ ਠੋਕਰ ਲੱਗੀ ਤੇ ਉਹਨਾਂ ਲੋਕਾਂ ਨੇ ਪ੍ਰਚਾਰਨਾ ਸ਼ੁਰੂ ਕਰ ਦਿੱਤਾ, ਨਾਨਕ ਤਾਂ ਭੂਤਨ ਹੈ। ਸਾਹਿਬ ਕਹਿਣ ਲੱਗੇ ਦੂਸਰੀ ਤਰ੍ਹਾਂ ਦੇ ਉਹ ਲੋਕ ਸਨ ਜਿਹੜੇ ਲੋਕ ਕਰਮ ਕਾਂਡ ਕਰਦੇ ਨੇ ਪਰ ਅੰਦਰ ਅਸਲੀਅਤ ਕੁਛ ਵੀ ਨਹੀਂ, ਜਿਹੜੇ ਲੋਕ ਮਰ ਚੁੱਕੇ ਪ੍ਰਾਣੀਆਂ ਦੇ ਨਾਮ ਤੇ ਆਪਣੇ ਪੇਟ ਨੂੰ ਭਰਦੇ ਨੇ, ਲੋਕਾਂ ਨੂੰ ਪਿਤਰਾਂ ਦੇ ਨਾਮ ਤੇ ਪਿੰਡ ਭਰਨ ਲਈ ਪ੍ਰੇਰਦੇ ਨੇ, ਪਿਤਰਾਂ ਦੇ ਨਾਮ ਤੇ ਸ਼ਰਾਧ ਕਰਨ ਲਈ ਪ੍ਰੇਰਦੇ ਨੇ। ਤੇ ਜਦੋਂ ਮੇਰੇ ਬਾਬਾ ਜੀ ਉਹਨਾਂ ਨੂੰ ਮਿਲਦੇ ਨੇ ਤੇ ਲੋਕ ਕਹਿੰਦੇ ਨੇ ਨਾਨਕ ਜੀ, ਜਦੋਂ ਸਾਹਿਬ ਉਹਨਾਂ ਕੋਲ ਪਹੁੰਚਦੇ ਨੇ, ਮੈਂ ਅਰਜ਼ ਕਰ ਰਿਹਾ ਭੂਤਨਾ ਸ਼ਬਦ ਕਿਹਨਾਂ ਨੇ ਵਰਤਿਆ। ਜਦੋਂ ਉਹ ਲੋਕ ਪਿੰਡ ਭਰਦੇ ਨੇ ਤੇ ਕਹਿੰਦੇ ਨੇ ਜਜਮਾਨ ਤੇਰੇ ਦਿੱਤੇ ਹੋਏ ਬਸਤਰ, ਤੇਰਾ ਦਿੱਤਾ ਹੋਇਆ ਭੋਜਨ ਤੇਰੇ ਬਜ਼ੁਰਗਾਂ ਤੇਰੇ ਪਿਤਰਾਂ ਤੱਕ ਪਹੁੰਚ ਚੁੱਕਾ ਹੈ। ਤੇ ਮੇਰੇ ਹਜ਼ੂਰ ਉਹਨਾਂ ਦੇ ਇਸ ਕਰਮ ਨੂੰ ਦੇਖ ਕੇ ਮੁਸਕਰਾਉਂਦੇ ਨੇ। ਤੇ ਪਾਂਡੇ ਕਹਿੰਦੇ ਨੇ ਹੇ ਅਜਨਬੀ, ਤੂੰ ਆਪਣੇ ਪਿਤਰਾਂ ਦੇ ਨਿਮਤ ਪਿੰਡ ਨਹੀਂ ਭਰੇਗਾ ਕਿ ਉਹਨਾਂ ਦੇ ਨਿਮਤ ਦੀਵੇ ਨਹੀਂ ਬਾਲੇਗਾ, ਉਹਨਾਂ ਦੇ ਨਿਮਤ ਤੂੰ ਸਾਨੂੰ ਬਸਤਰ ਨਹੀਂ ਦੇਗਾ। ਤੇ ਮੇਰੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਪਾਂਡਾ ਜੀ ਹੈਰਾਨਗੀ ਦੀ ਬਾਤ ਇਹ ਵੇ ਕਿ ਇਹ ਬਸਤਰ ਉਹਨਾਂ ਪਿਤਰਾਂ ਤੱਕ ਪਹੁੰਚ ਜਾਂਦੇ ਨੇ, ਕਿ ਇਹ ਬਾਲੇ ਹੋਏ ਦੀਵੇ ਉਹਨਾਂ ਨੂੰ ਚਾਨਣ ਦੇਣਗੇ, ਕਿ ਇਹ ਛਕਾਇਆ ਹੋਇਆ ਭੋਜਨ ਉਹਨਾਂ ਤੱਕ ਪਹੁੰਚ ਜਾਏਗਾ। ਕਹਿਣ ਲੱਗੇ ਕਿਉਂ ਨਹੀਂ। ਹਜ਼ੂਰ ਕਹਿਣ ਲੱਗੇ ਫਿਰ ਹੋਰ ਕੀ ਹੁੰਦਾ ਹੈ। ਕਹਿੰਦੇ ਨੇ ਜਦੋਂ ਪਿੰਡ ਭਰਨੇ ਆ, ਦੀਵੇ ਬਾਲਨੇ ਆ, ਤੁਹਾਡੇ ਪਾਪ ਜਿਹੜੇ ਨੇ ਖਤਮ ਹੋ ਜਾਣਗੇ। ਹਜ਼ੂਰ ਨੇ ਭਰੀ ਹੋਈ ਸਭਾ ਵਿੱਚ ਹੱਸ ਕੇ ਕਿਹਾ, ਕਹਿਣ ਲੱਗੇ ਸੱਜਣ ਜੀ ਮੈਂ ਤਾਂ ਜਿੱਦਣ ਦਾ ਇਸ ਸੰਸਾਰ ਤੇ ਆਇਆ ਉਦਣ ਦਾ ਦੀਵਾ ਬਾਲ ਦਿੱਤਾ ਹੈ, ਤੁਸੀਂ ਮਰਨ ਤੋਂ ਬਾਅਦ ਦੀਵੇ ਬਾਲ ਕੇ ਪਾਪਾਂ ਨੂੰ ਖੰਡਨ ਕਰਦੇ ਹੋ। ਮੈਂ ਤਾਂ ਜਿੰਦੇ ਜੀ ਦੀਵਾ ਬਾਲ ਦਿੱਤਾ ਹੈ ਤੇ ਪਾਰਿਓ ਜਿਉਂ-ਜਿਉਂ ਤੇਲ ਸੜਦਾ ਹੈ ਤਿਉਂ ਤੂੰ ਮੇਰੇ ਪਾਪ ਜਿਹੜੇ ਨੇ ਉਹ ਸੜਦੇ ਪਏ। ਹਜ਼ੂਰ ਨੇ ਉੱਥੇ ਬਚਨ ਕਿਹਾ। ਪਾਂਡੇ ਹੈਰਾਨ ਹੋ ਗਏ, ਕਦੀ ਜਿੰਦੇ ਵੀ ਕਿਸੇ ਦੇ ਦੀਵੇ ਬਲੇ ਨੇ, ਕਦੀ ਜਿਉਂਦਿਆਂ ਵੀ ਕਿਸੇ ਦੇ ਪਾਪ ਖੰਡਨ ਹੋਏ ਨੇ। ਤੇ ਹੁਣ ਜਿਨ੍ਹਾਂ ਲੋਕਾਂ ਦੀ ਸਦੀਆਂ ਤੋਂ ਇਹ ਰੋਜ਼ੀ ਬਣੀ ਹੋਈ ਸੀ ਉਹਨਾਂ ਨੂੰ ਹਜ਼ੂਰ ਨੇ ਕਿਹਾ, ਪੰਡਤ ਜੀ ਦੀਵਾ ਮੇਰਾ ਏਕ ਨਾਮ। ਕਿੰਨਾ ਲੋਕਾਂ ਨੇ ਕਿਹਾ ਸੀ ਭੂਤਨਾ, ਜਿਨ੍ਹਾਂ ਨੂੰ ਹਜ਼ੂਰ ਨੇ ਕਿਹਾ ਦੀਵਾ ਮੇਰਾ ਏਕ ਨਾਮ, ਮੈਂ ਵਾਹਿਗੁਰੂ ਜੀ ਦੇ ਨਾਮ ਨੂੰ ਦੀਵਾ ਬਣਾਇਆ। ਤੁਸੀਂ ਦੀਵੇ ਵਿੱਚ ਘਿਓ ਪਾਉਂਦੇ ਹੋ, ਤੇਲ ਪਾਉਂਦੇ ਹੋ, ਮੈਂ ਜਿਤਨੇ ਵੀ ਪਾਪ ਤੇ ਦੁੱਖ ਨੇ ਨਾਮ ਦੇ ਦੀਵੇ ਵਿੱਚ ਬਾਲ ਦਿੱਤੇ ਨੇ। ਤੇ ਜਦੋਂ ਦੀਵਾ ਬਲਦਾ ਤੇ ਦੋ ਕੰਮ ਕਰਦਾ, ਇੱਕ ਤਾਂ ਤੇਲ ਨੂੰ ਸਾੜਦਾ ਹੈ ਤੇ ਦੂਸਰਾ ਚਾਨਣ ਦਿੰਦਾ ਹੈ। ਜਦੋਂ ਨਾਮ ਦਾ ਦੀਵਾ ਅੰਦਰ ਲੱਟ ਲੱਟ ਕਰਕੇ ਬਲਦਾ ਹੈ, ਇੱਕ ਤਾਂ ਉਹ ਪਾਪਾਂ ਦੇ ਤੇਲ ਨੂੰ ਸਾੜਦਾ ਹੈ ਤੇ ਦੂਸਰਾ ਮੈਨੂੰ ਵਾਹਿਗੁਰੂ ਦੇ ਘਰ ਦੇ ਰਸਤੇ ਦੇ ਵੱਲ ਉਹ ਚਾਨਣ ਪਿਆ ਦਿੰਦਾ ਹੈ। ਇਸ ਕਰਕੇ ਮਰਨ ਤੋਂ ਬਾਅਦ ਦੀਵੇ ਬਾਲੇ ਤੇ ਕੀ ਬਾਲੇ, ਸਵਾਦ ਤਾਂ ਹੈ ਕੋਈ ਜਿਉਂਦੇ ਜੀ ਆਪਣੀ ਜ਼ਿੰਦਗੀ ਵਿੱਚ ਦੀਵਾ ਬਾਲ ਲਵੇ। ਸਾਹਿਬ ਨੇ ਉੱਥੇ ਕਿਹਾ ਦੀਵਾ ਮੇਰਾ ਏਕ ਨਾਮ, ਦੁੱਖ ਵਿੱਚ ਪਾਇਆ ਤੇਲ, ਉਨ ਚਾਨਣ ਉਹ ਸੋਖਿਆ, ਚੂਕਾ ਜਮ ਸਿਓ ਮੇਲ। ਉਸ ਦੀਵੇ ਨੇ ਚਾਨਣ ਦਿੱਤਾ ਤੇ ਜਮਾਂ ਦੇ ਰਸਤੇ ਤੋਂ ਮੈਂ ਦੂਰ ਚਲਾ ਗਿਆ। ਉਪਦੇਸ਼ ਗੁਰਦੇਵ ਸਾਨੂੰ ਪੈ ਕਰਦੇ ਨੇ ਤੇ ਲੋਕ ਹੱਸ ਪਏ। ਪਾਂਡੇ ਕਹਿੰਦੇ ਨੇ ਦੇਖੋ ਕਿਹੋ ਜਿਹੀਆਂ ਸ਼ੈਤਾਨ ਵਾਲੀਆਂ ਬਾਤਾਂ ਨੇ ਇਹ ਲੋਕਾਂ ਨੇ ਸ਼ਬਦਾਵਲੀ ਵਰਤੀ ਏ। ਮੈਂ ਇਸ ਕਰਕੇ ਅਰਜ਼ ਕਰ ਰਿਹਾ, ਹਜ਼ੂਰ ਖੁਦ ਬਾਣੀ ਵਿੱਚ ਕਹਿ ਰਹੇ ਨੇ, ਕਹਿਣ ਲੱਗੇ ਬਾਤਾਂ ਕਿਹੋ ਜਿਹੀਆਂ ਭੂਤਨਿਆਂ ਵਾਲੀਆਂ। ਤੇ ਸਤਿਗੁਰੂ ਨੂੰ ਦੇਖ ਕੇ ਜਦੋਂ ਹੱਸੇ, ਇਸ ਤਰ੍ਹਾਂ ਹੋ ਨਹੀਂ ਸਕਦਾ। ਤੇ ਸਾਹਿਬ ਨੇ ਕਿਹਾ ਪੰਡਿਤ ਜੀ ਲੱਕੜਾਂ ਇਕੱਠੀਆਂ ਕਰਦਿਆਂ ਤਾਂ ਸਾਲਾਂ ਬੱਧੀ ਸਮਾਂ ਲੱਗ ਸਕਦਾ ਹੈ, ਇੱਕ ਇੱਕ ਰੁੱਖ ਨਾਲੋਂ ਲੱਕੜੀ ਤੋੜਦਿਆਂ ਸਾਲਾਂ ਵਿੱਚ ਪੰਡਾਂ ਇਕੱਠੀਆਂ ਕਰੀਦੀਆਂ ਨੇ, ਢੇਰ ਲਾਈਦਾ ਹੈ। ਪਿਆਰਿਆ ਸੁੱਕੀਆਂ ਲੱਕੜਾਂ ਦਾ ਢੇਰ ਇਕੱਠਾ ਕਰਦਿਆਂ ਤਾਂ ਸਮਾਂ ਲੱਗਦਾ ਹੈ, ਪਰ ਇੱਕ ਗੱਲ ਚੇਤੇ ਰੱਖੀ,
ਉਹਨੂੰ ਸਾੜਦਿਆਂ ਨੂੰ ਢੇਰ ਨਹੀਂ ਲੱਗਦੀ। ਬਸ ਇੱਕ ਵਾਰੀ ਇੱਕ ਚਿਣਗ ਰੱਖ ਦਈਏ ਛੋਟੀ ਜੀ ਅੱਗ ਦੀ ਤੇ ਸਾਰੀਆਂ ਲੱਕੜਾਂ ਨੂੰ ਵੇਖਦਿਆਂ ਵੇਖਦਿਆਂ ਸਾੜ ਕੇ ਸੁਆਹ ਕਰ ਦਿੰਦੀ। ਜੇ ਹਜ਼ਾਰਾਂ ਸਾਲ ਦੀ ਲੱਕੜ ਹੋਵੇ ਤੇ ਇੱਕ ਚਿਣਗ ਨਾਲ ਉਹ ਇੱਕ ਖਿੰਨ ਵਿੱਚ ਭਸਮ ਹੋ ਸਕਦੀ ਏ। ਤੇ ਪਿਆਰਿਆ, ਕਈ ਜਨਮਾਂ ਦੇ ਕੀਤੇ ਹੋਏ ਪਾਪ ਹੋਣ ਜਿਹੜੇ ਤੇਰੇ ਪਿੰਡ ਭਰਨ ਨਾਲ ਕਦੀ ਨਹੀਂ ਸੜਦੇ, ਜਦੋਂ ਨਾਮ ਦੀ ਚਿਣਗ ਲੱਗ ਜਾਏ ਤੇ ਕਰੋੜਾਂ ਜਨਮਾਂ ਦੇ ਪਾਪਾਂ ਨੂੰ ਨਾਮ ਸਾੜ ਕੇ ਸੁਆਹ ਕਰ ਦਿੰਦਾ। ਸਾਹਿਬ ਨੇ ਉੱਥੇ ਉਦਾਹਰਨ ਦਿੱਤੀ, ਲੋਕਾ ਮਤ ਕੋ ਫੱਕੜ ਪਾਏ। ਇਹਦਾ ਮਤਲਬ ਲੋਕ ਹੱਸੇ ਹੋਣਗੇ। ਫੱਕੜ ਪਾਏ ਦਰ ਤੇ ਮੇਰੀ ਗੱਲ ਨੂੰ ਦੇਖ ਕੇ ਮਜ਼ਾਕ ਨਾ ਉਡਾਓ। ਲੋਕਾ ਮਤ ਕੋ ਫੱਕੜ ਪਾਏ, ਲੱਖ ਮੜਿਆਂ ਕਰ ਇਕੱਠੇ ਇੱਕ ਰੱਤੀ ਲੈ ਪਾਏ। ਤੂੰ ਲੱਖਾਂ ਮਣ ਲੱਕੜ ਲੈ ਲੈ, ਪਰ ਇੱਕ ਰੱਤੀ ਦੀ ਚਿਣਗ ਲੈ ਕੇ ਅੱਗ ਦੀ ਸਾਰੀਆਂ ਲੱਕੜਾਂ ਨੂੰ ਫੂਕ ਦੇਗੀ। ਇਸ ਕਰਕੇ ਪਿਆਰਿਆ, ਮੈਂ ਇਸ ਪਾਸੇ ਨੂੰ ਤੁਰਿਆ ਹੀ ਨਹੀਂ, ਜਿੰਦੇ ਜੀ ਨਾਮ ਦਾ ਦੀਵਾ ਬਾਲ। ਜਦੋਂ ਸਾਹਿਬ ਨੇ ਇੰਨੇ ਬਚਨ ਕਹੇ, ਉਹਨਾਂ ਲੋਕਾਂ ਨੇ ਭੂਤਨਾ ਸ਼ਬਦ ਵਰਤਿਆ। ਜਦੋਂ ਹਜ਼ੂਰ ਨੂੰ ਮਿਲਦੇ ਨੇ ਕਿਤੇ, ਮੈਂ ਸਿਰਫ ਬਾਣੀ ਵਿੱਚੋਂ ਅੱਜ ਇੰਨੀ ਕੁ ਅਰਜ਼ ਕਰਨੀ ਚਾਹਨਾ, ਆਪਾਂ ਗੁਰਦੇਵ ਦੇ ਸੰਦੇਸ਼ ਨੂੰ ਪੜ੍ਹੀਏ ਤਾਂ ਸਹੀ। ਪੁਰਬ ਆਪਾਂ ਮਨਾਨੇ ਆ, ਪਰ ਪਿਆਰਿਓ, ਉਹਦਾ ਮਨਾਇਆ ਪ੍ਰਵਾਨ ਜੇ ਜਿਹੜਾ ਮੇਰੇ ਗੁਰੂ ਨਾਨਕ ਦੇ ਬਚਨਾਂ ਨੂੰ ਸੁਣ ਕੇ ਵੀ ਚਲਾ ਜਾਏਗਾ। ਜੇ ਘਰ ਵਿੱਚ ਬਜ਼ੁਰਗ ਨੂੰ ਕੱਪੜੇ ਸੋਹਣੇ ਸਿਲਾ ਕੇ ਦੇ ਦਈਏ, ਰੋਟੀ ਪਾਣੀ ਦਾ ਪ੍ਰਬੰਧ ਵੀ ਸੋਹਣਾ ਕਰ ਦਈਏ, ਕਮਰਾ ਵੀ ਅੱਤ ਦਾ ਸੋਹਣਾ ਦੇ ਦਈਏ, ਤੇ ਜੇ ਬਜ਼ੁਰਗ ਕਹੇ ਪੁੱਤਰ 2 ਘੜੀਆਂ ਬੈਠ ਕੇ ਮੇਰੇ ਕੋਲ ਮੇਰੀ ਗੱਲ ਸੁਣ ਜਾ, ਮੇਰੀ ਜ਼ਿੰਦਗੀ ਦਾ ਕੋਈ ਤਜਰਬਾ ਹੈ, ਆਪਾਂ ਕਹੀਏ ਬਾਪੂ ਕੱਪੜੇ ਦੇ ਸਕਨੇ ਆ, ਤੇਰੇ ਕਮਰੇ ਵਿੱਚ ਆਪਾਂ ਫੁੱਲ ਬੂਟੇ ਲਾ ਕੇ ਸਜਾ ਸਕਨੇ ਆ, ਪਲੰਗ ਸੋਹਣਾ ਦੇ ਦਿਆਂਗੇ, ਜੋ ਕਹੇਗਾ ਤੈਨੂੰ ਖਰੀਦ ਕੇ ਲਿਆ ਕੇ ਦੇ ਦਿਆਂਗੇ, ਪਰ ਤੇਰੀ ਗੱਲ ਸੁਣਦਾ ਸਾਡੇ ਕੋਲ ਟਾਈਮ ਨਹੀਂ। ਉਸ ਬਜ਼ੁਰਗ ਦੇ ਮਨ ਤੇ ਕੀ ਬੀਤੇਗੀ, ਕੀ ਕਰੇਗਾ ਸੋਹਣੇ ਕੱਪੜਿਆਂ ਨੂੰ, ਸਾਜੋ ਸਮਾਨ ਨੂੰ, ਜਿਸ ਬਜ਼ੁਰਗ ਦੀ ਗੱਲ ਸੁਣਨ ਵਾਸਤੇ ਉਹਦਾ ਪੁੱਤਰ ਹੀ ਕੋਈ ਤਿਆਰ ਨਹੀਂ। ਗੁਰੂ ਨਾਨਕ ਸਾਹਿਬ ਦਾ ਪੁਰਬ ਮਨਾਉਣ ਆਏ ਆ ਤੇ ਗੁਰੂ ਬਾਬੇ ਦੀ ਗੱਲ ਤਾਂ ਸੁਣੀਏ। ਹਜ਼ੂਰ ਨੇ ਜਿਨ੍ਹਾਂ ਕਰਮ ਕਾਂਡਾਂ ਵਿੱਚੋਂ ਸਾਨੂੰ ਕੱਢਿਆ, ਜਿਨ੍ਹਾਂ ਦਾ ਖੰਡਨ ਕੀਤਾ, ਤੇ ਜਿਨ੍ਹਾਂ ਕਰਮ ਕਾਂਡਾਂ ਦਾ ਖੰਡਨ ਕਰਦਿਆਂ ਮੇਰੇ ਨਿਰੰਕਾਰੀ ਬਾਬੇ ਨੂੰ ਲੋਕਾਂ ਨੇ ਇਹੋ ਜਿਹੇ ਸ਼ਬਦਾਂ ਨਾਲ ਸੰਬੋਧਨ ਕੀਤਾ, ਉਹਨਾਂ ਕਰਮ ਕਾਂਡਾਂ ਤੋਂ ਆਪਾਂ ਉੱਪਰ ਉੱਠੀਏ। ਸਾਹਿਬ ਨੇ ਅਗਲਾ ਬਚਨ ਕੀਤਾ, ਕਿਹੜੇ ਲੋਕ ਸਨ ਜਿਹੜੇ ਭੂਤਨਾ ਕਹਿੰਦੇ ਪਏ ਨੇ। ਜਦੋਂ ਹਜ਼ੂਰ ਸਰਾਧ ਦੀ ਗੱਲ ਕਰਦੇ ਨੇ, ਬਾਣੀ ਵਿੱਚੋਂ ਪ੍ਰਮਾਣ ਨੇ, ਜਦੋਂ ਉਹ ਕਹਿੰਦੇ ਨੇ ਕਿ ਸਰਾਧ ਦਾ ਭੋਜਨ ਬਜ਼ੁਰਗਾਂ ਤੱਕ ਪਹੁੰਚਦਾ ਹੈ, ਤੇ ਹਜ਼ੂਰ ਨੇ ਆਸਾ ਕੀ ਵਾਰ ਵਿੱਚ ਹੀ ਬਚਨ ਕੀਤਾ ਤੇ ਬੜੇ ਵਿਅੰਗਮਈ ਢੰਗ ਦੇ ਨਾਲ ਕਹਿਣ ਲੱਗੇ, ਸੱਜਣ ਜੀ, ਮੰਨ ਲਿਆ ਜਾਏ ਕਿ ਇਹ ਭੋਜਨ ਬਜ਼ੁਰਗਾਂ ਤੱਕ ਪਹੁੰਚ ਜਾਂਦਾ ਹੈ, ਤੇ ਇੱਕ ਮਨੁੱਖ ਨੇ ਕਿਸੇ ਦੇ ਘਰ ਵਿੱਚੋਂ ਕੀਤੀ ਹੋਵੇ ਚੋਰੀ ਤੇ ਠੱਗੀ ਕਰਕੇ ਉਹ ਰਸਤ ਸਮਾਨ ਇਕੱਠਾ ਕਰੇ ਤੇ ਪਿੱਤਰਾਂ ਦੇ ਨਿਮਤ ਤੈਨੂੰ ਦੇਵੇ ਸ਼ਿਕਾਰ, ਤੇ ਜੇ ਉਹ ਭੋਜਨ ਪਿੱਤਰ ਲੋਕ ਤੱਕ ਪਹੁੰਚ ਜਾਂਦਾ ਹੈ ਤੇ ਯਾਦ ਰੱਖੀ, ਜਿਹਦੇ ਘਰ ਵਿੱਚੋਂ ਰਾਸ਼ਨ ਚੋਰੀ ਕੀਤਾ ਗਿਆ ਹੈ, ਪਿੱਤਰ ਤਾਂ ਉਹਦੇ ਵੀ ਪਿੱਤਰ ਲੋਕ ਵਿੱਚ ਬੈਠੇ ਨੇ, ਆਪ ਤਾਂ ਤੂੰ ਚੋਰ ਬਣਿਆ ਹੀ ਬਣਿਆ ਤੇ ਆਪਣੇ ਪਿੱਤਰਾਂ ਨੂੰ ਵੀ ਤੂੰ ਚੋਰ ਪਿਆ ਬਣਾਣਾ। ਹਜ਼ੂਰ ਨੇ ਅਗਲਾ ਬਚਨ ਕੀਤਾ, ਕੇਵਲ ਕਰਨ ਵਾਲੇ ਨੂੰ ਨਹੀਂ, ਜਿਹੜਾ ਵਿੱਚ ਵਿਚੋਲਾ ਬਣਿਆ, ਜਿਹੜਾ ਵਿੱਚ ਦਲਾਲ ਬਣ ਕੇ ਇਹ ਵਸਤੂ ਪਹੁੰਚਾਉਣ ਦਾ ਦਾਅਵਾ ਕਰਦਾ ਹੈ। ਕਹਿਣ ਲੱਗੇ, ਪੰਡਿਤ ਜੀ, ਕੇਵਲ ਕਰਨ ਵਾਲਾ ਚੋਰ ਨਹੀਂ, ਜਿਹੜਾ ਚੋਰੀ ਦਾ ਮਾਲ ਵਿੱਚ ਵਰਤਦਾ ਪਿਆ, ਮੇਰੇ ਮਾਲਕ ਦੀ ਦਰਗਾਹ ਵਿੱਚ ਪਿਆਰਿਆ ਸੱਜਣਾ, ਕਦੀ ਉਹ ਵੀ ਨਹੀਂ ਬਖਸ਼ਿਆ ਜਾਂਦਾ। ਹਜ਼ੂਰ ਨੇ ਉਹਨਾਂ ਲੋਕਾਂ ਨੂੰ ਕਿਹਾ ਸੀ, ਜੇ ਮੁਹਾਕਾ ਕਰ ਮੂੰਹ ਹੈ, ਮੁਹਾਕਾ ਦਰ ਤੇ ਠੱਗ, ਚੋਰ ਕਿਸੇ ਦੇ ਘਰ ਨੂੰ ਠੱਗਦਾ ਹੈ, ਜੇ ਮੁਹਾਕਾ ਕਰ ਮੂੰਹ ਹੈ, ਕਰਮ ਹੋਏ ਪਿਤਰੀ ਦੇ ਅੱਗੇ ਵਸਤ ਸਿਆਣੀਐ, ਪਿਤਰੀ ਚੋਰ ਕਰੇ ਵੱਡੀਆਂ ਹੱਥ ਦਲਾਲ ਕੇ, ਮੁਸਬੀ ਇਹ ਕਰੇ, ਤੇ ਅੱਗੇ ਕੀ ਹੁੰਦਾ, ਨਾਨਕ ਅੱਗੇ ਸੋ ਮਿਲੇ, ਜੇ ਖੱਟਾ ਕਾਲੇ ਦੇ। ਲੋਕਾਂ ਨੂੰ ਜਦੋਂ ਇਹ ਬਚਨ ਕਹੇ ਤੇ ਉਹਨਾਂ ਨੇ ਸ਼ਬਦ ਵਰਤਿਆ ਭੂਤਨਾ। ਜੇ ਕਿਤੇ ਗੁਰਦੇਵ ਕਿਸੇ ਮਨੁੱਖ ਕੋਲ ਜਾਂਦੇ ਨੇ, ਮਲਕ ਭਾਗੋ ਦੇ ਘਰ ਪਹੁੰਚਦੇ ਨੇ, ਤੇ ਉਹ ਕਹਿੰਦਾ ਮੇਰਾ ਬ੍ਰਹਮ ਭੋਜ ਏ, ਤੇ ਬਾਬਾ ਕਹਿੰਦਾ ਨਹੀਂ ਸਜਣਾ, ਤੇਰੇ ਬ੍ਰਹਮ ਭੋਜ ਵਿੱਚ ਘਿਓ ਨਹੀਂ, ਖੀਰ ਵਿੱਚ ਦੁੱਧ ਨਹੀਂ, ਇਹਦੇ ਵਿੱਚ ਤਾਂ ਗਰੀਬਾਂ ਦੀ ਚਰਬੀ ਤੇ ਗਰੀਬਾਂ ਦੀ ਰੱਤ ਨਜ਼ਰ ਆਉਂਦੀ ਪਈ ਏ। ਤੇ ਕਹਿਣ ਲੱਗਾ, ਤੁਸੀਂ ਮੈਂ ਇਹਨਾਂ ਦੁਨੀਆ ਵਿੱਚ ਇਸ ਪਿੰਡ ਵਿੱਚ ਸਿਆਣਾ ਵਾਂ, ਲੋਕ ਮੈਨੂੰ ਦਾਨਾ ਸਮਝਦੇ ਨੇ, ਮੇਰੀ ਪੁਸ਼ਾਕ ਬੜੀ ਚੰਗੀ ਏ ਸਿਆਣੇ ਮਨੁੱਖਾਂ ਵਾਲੀ। ਹਜ਼ੂਰ ਨੇ ਇੱਕ ਬਚਨ ਕਿਹਾ, ਕਹਿਣ ਲੱਗੇ, ਸਜਣਾ, ਜੇ ਤੇਰੀ ਪੁਸ਼ਾਕ ਨੂੰ ਇੱਕ ਖੂਨ ਦਾ ਤੁਪਕਾ ਲੱਗੇ, ਤੂੰ ਦਰਬਾਰ ਵਿੱਚ ਆਪਣੀ ਪੁਸ਼ਾਕ ਨਹੀਂ ਪਾਉਂਦਾ, ਤੂੰ ਕਹਿੰਦਾ ਮੇਰੀ ਪੁਸ਼ਾਕ ਪਲੀਤ ਹੋ ਗਈ ਏ,
ਇਹ ਕੱਪੜੇ ਪਲੀਤ ਹੋ ਗਏ ਨੇ। ਇਹ ਲੋਕਾਂ ਵਿੱਚ, ਸਮਾਜ ਵਿੱਚ, ਸੰਸਾਰ ਦੇ ਲੋਕ ਕੀ ਕਹਿਣਗੇ? ਖੂਨ ਨਾਲ ਭਰੇ ਹੋਏ ਕੱਪੜੇ ਲਈ ਫਿਰਦਾ ਹੈ। ਤੇ ਸਾਹਿਬ ਕਹਿੰਦੇ ਨੇ ਤਨ ਦੇ ਕੱਪੜੇ ਖੂਨ ਨਾਲ ਭਰੇ ਜਾਣ ਤੇ ਸਜਣਾ ਤੂੰ ਸੰਸਾਰ ਵਿੱਚ ਪਾ ਕੇ ਨਹੀਂ ਤੁਰਦਾ, ਲੋਕ ਉਂਗਲ ਚੁੱਕਣਗੇ। ਆਪਣੇ ਮਨ ਵੱਲ ਝਾਤੀ ਮਾਰ, ਗਰੀਬਾਂ ਦੇ ਖੂਨ ਨਾਲ ਰੰਗਿਆ ਪਿਆ ਹੈ ਤੇ ਮੇਰੇ ਨਿਰੰਕਾਰ ਦੇ ਦਰ ਤੇ ਜਾ ਕੇ ਤੇਰੇ ਮਨ ਵੱਲ ਉਂਗਲ ਚੁੱਕੀ ਜਾਏਗੀ। ਇਹਨਾਂ ਲੋਕਾਂ ਨੇ ਫਿਰ ਕਿਹਾ ਗੁਰੂ ਨਾਨਕ ਭੂਤਨਾ ਹੈ, ਕਿਉਂਕਿ ਮੁੱਦਤਾਂ ਤੋਂ ਬਣੇ ਹੋਏ ਕਰਮ ਕਾਂਡ ਨੂੰ ਮੇਰੇ ਬਾਬਾ ਜੀ ਤੋੜਦੇ ਪਏ ਨੇ। ਹਜ਼ੂਰ ਨੇ ਬਾਣੀ ਵਿੱਚ ਕਿਹਾ ਜੇ ਰਤ ਲੱਗਾ ਕੱਪੜਾ ਜਾਮਾ ਹੋਏ ਪਲੀਤ, ਜੋ ਰਤ ਪੀਵੇਂ ਮਾਨਸਾ ਤਿਨ ਕਿਉਂ ਨਿਰਮਲ ਚੀਤ। ਖੈਰ ਮੈਂ ਅਰਜ਼ ਕਰ ਰਿਹਾ, ਇਹਨਾਂ ਲੋਕਾਂ ਨੇ ਡਾਕਟਰ ਤਾਰਨ ਸਿੰਘ ਕਹਿੰਦੇ ਨੇ ਜਿਨ੍ਹਾਂ ਦੇ ਪਖੰਡ ਨੂੰ ਉਧੇੜਿਆ, ਅੱਜ ਵੀ ਕਿਤੇ ਕੋਈ ਨਾਮ ਵਿੱਚ ਰਤਾ ਸੱਚ ਦੀ ਗੱਲ ਕਰੇ ਤੇ ਲੋਕ ਉਹਨੂੰ ਕਹਿਣਗੇ ਛੱਡੋ ਇਹ ਤਾਂ ਪਾਗਲ ਏ, ਇਹਨੂੰ ਤਾਂ ਗੱਲ ਕਰਨ ਦੀ ਸੂਝ ਕੋਈ ਨਹੀਂ, ਕਿਉਂਕਿ ਅਸੀਂ ਸਿਆਣਪ ਨੂੰ, ਚਾਤਰੀ ਨੂੰ, ਚਲਾਕੀ ਨੂੰ ਉੱਪਰ ਰੱਖਿਆ। ਖੈਰ ਮੈਂ ਅਰਜ਼ ਕਰਾਂ ਤੇ ਬੇਤਾਲਾ ਕਿਹਨਾਂ ਨੇ ਕਿਹਾ? ਬੇਤਾਲ ਦਾ ਅਰਥ ਕੀਤਾ ਹੈ ਵਿਦਵਾਨ ਸਜਣਾ ਨੇ ਕਿ ਉਹ ਜਿਹੜਾ ਬਗੈਰ ਸੋਚੇ ਸਮਝੇ ਜ਼ਾਲਮਾਂ ਨਾਲ, ਰਾਜਿਆਂ ਨਾਲ ਟੱਕਰ ਲੈ ਲੈ, ਬਿਨਾਂ ਸੋਚੇ ਸਮਝੇ ਚੋਰਾਂ, ਧਾੜਵੀਆਂ, ਠੱਗਾਂ ਦੇ ਘਰ ਵੀ ਚਲਾ ਜਾਏ, ਜਿਹੜਾ ਬਿਨਾਂ ਸਮਝੇ ਜਾਦੂਗਰਾਂ ਨਾਲ ਟੱਕਰ ਲੈ ਲੈ, ਜਿਹੜਾ ਬਿਨਾਂ ਸਮਝੇ ਕਿਸੇ ਦੇ ਧਰਮ ਮੰਦਰ ਵੀ ਜਾ ਕੇ ਸੱਚ ਦਾ ਹੋਕਾ ਦੇਦਾ। ਲੋਕ ਕਹਿੰਦੇ ਨੇ ਹੱਦ ਹੋ ਗਈ, ਇਹ ਆਪਣੇ ਜੀਵਨ ਤੋਂ ਖੁੰਝਿਆ ਤੇ ਨਹੀਂ, ਇਹਨੂੰ ਆਪਣੇ ਜੀਵਨ ਵਿੱਚ ਕਿਸੇ ਦਾ ਖੌਫ ਨਹੀਂ। ਕਿਹੜੇ ਲੋਕ ਸਨ ਜਿਨ੍ਹਾਂ ਨੇ ਮੇਰੇ ਬਾਬੇ ਨੂੰ ਬੇਤਾਲ ਕਿਹਾ? ਬੜੇ ਪਿਆਰੇ ਬਚਨ ਕੀਤੇ ਨੇ ਸਤਿਗੁਰੂ ਨੇ। ਬੇਤਾਲ ਉਹਨਾਂ ਲੋਕਾਂ ਨੇ ਕਿਹਾ ਜਿਨ੍ਹਾਂ ਨੂੰ ਮੇਰੇ ਹਜ਼ੂਰ ਨੇ ਕਿਹਾ ਸੀ ਲੱਭ ਪਾਪ ਦੋਇ ਰਾਜਾ ਮਹਿਤਾ, ਕੂੜ ਹੋਵਾ ਸਿਕਦਾਰ, ਕਾਮ ਨੇਬ ਸਦ ਪੁੱਛੀਐ, ਬਹਿ ਬਹਿ ਕਰੇ ਵਿਚਾਰ, ਅੰਧੀ ਰਈਤ ਗਿਆਨ ਵੀ ਹੋਣੀ, ਭਾਏ ਭਰੇ ਮੁਰਦਾਰ। ਜਿਨ੍ਹਾਂ ਨੂੰ ਹਜ਼ੂਰ ਨੇ ਕਿਹਾ ਸੀ ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ, ਜਿਨ੍ਹਾਂ ਦੇ ਸਾਹਮਣੇ ਖਲੋ ਕੇ ਕਿਹਾ ਸੀ ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਉਹਨਾਂ ਲੋਕਾਂ ਨੇ ਬੇਤਾਲ ਕਹਿਣਾ ਸ਼ੁਰੂ ਕਰ ਦਿੱਤਾ। ਜੋਰੀ ਮੰਗੈ ਦਾਨ ਵੇ ਲਾਲੋ, ਜਿਨ੍ਹਾਂ ਨੂੰ ਹਜ਼ੂਰ ਨੇ ਕਿਹਾ ਸੀ ਰਾਜੇ ਸ਼ੀ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਾਂਦਾ ਪਾਇਨ ਕਹੋ। ਹਜ਼ੂਰ ਦੇ ਬਚਨ ਕਦੀ ਪੜੋ, ਕਮਾਲ ਦੀ ਗੱਲ। ਇਸ ਤਰ੍ਹਾਂ ਸੱਚਾਈ ਬਾਹਰ ਨਿਕਲਦੀ ਪਈ ਏ ਜਿਵੇਂ ਮਾਨੋ ਇੱਕ ਪਾਣੀ ਦਾ ਚਸ਼ਮਾ ਕਿਤੇ ਪਹਾੜ ਵਿੱਚੋਂ ਫੁੱਟਦਾ ਹੋਵੇ ਤੇ ਅੱਤ ਦਾ ਨਿਰਮਲ। ਕਈ ਵਾਰੀ ਲੋਕ ਸੱਚ ਬੋਲਦੇ ਨੇ ਪਰ ਆਪਣੇ ਜੀਵਨ ਵਿੱਚ ਸੱਚ ਨਹੀਂ ਹੁੰਦਾ ਤੇ ਉਹ ਸੱਚ ਕਦੀ ਕਿਸੇ ਉੱਤੇ ਅਸਰ ਵੀ ਨਹੀਂ ਕਰਦਾ। ਮੇਰੇ ਬਾਬੇ ਦੇ ਜੀਵਨ ਵਿੱਚ ਆਪ ਸੱਚੇ ਤੇ ਉਹਦੇ ਮੁਖ ਵਿੱਚੋਂ ਜਿਹੜਾ ਬਚਨ ਨਿਕਲਦਾ ਅਗਲੇ ਦੇ ਅੰਦਰ ਨੂੰ ਵਿੰਨ ਜਾਂਦਾ। ਸਤਿਗੁਰੂ ਨੇ ਸੱਚ ਕਿਹਾ, ਕਹਿਣ ਲੱਗੇ ਸਜਣੋ ਰਾਜੇ ਸ਼ੇਰ ਬਣੇ ਬੈਠੇ ਨੇ ਤੇ ਜਿਹੜੇ ਇਹਨਾਂ ਦੇ ਅੱਗੇ ਅਹਿਲਕਾਰ ਨੇ ਉਹ ਕੁੱਤਿਆਂ ਦਾ ਕੰਮ ਪੈ ਕਰਦੇ ਨੇ। ਪੁੱਛਿਆ ਮਹਾਰਾਜ ਕਿਉਂ? ਕਹਿਣ ਲੱਗੇ ਸ਼ੇਰ ਜਿਹੜਾ ਉਹ ਸ਼ਿਕਾਰ ਮਾਰਦਾ ਪਿਆ ਤੇ ਇਹਦੇ ਅਹਿਲਕਾਰ ਨੌਂਦਰਾਂ ਦਾ ਕੰਮ ਕਰਦੇ ਨੇ। ਸ਼ੇਰ ਤਾਂ ਮਾਸ ਖਾ ਜਾਂਦਾ ਹੈ ਤੇ ਜਿਹੜੀ ਰੱਤ ਵੱਜ ਜਾਂਦੀ ਏ ਪਿੱਛੋਂ ਕੁੱਤੇ ਚੱਟਣ ਵਾਸਤੇ ਆ ਜਾਂਦੇ ਨੇ। ਇਹ ਗੱਲ ਰਾਜੇ ਦੇ ਸਾਹਮਣੇ ਖਲੋ ਕੇ ਕਹਿ ਦੇਣੀ ਤੇ ਲੋਕ ਕਹਿਣ ਲੱਗ ਪਏ ਛੱਡੋ ਨਾਨਕ ਤਾਂ ਬੇਤਾਲ, ਇਹਨੂੰ ਤਾਂ ਸਮਝ ਨਹੀਂ। ਸਾਹਿਬ ਨੇ ਕਿਹਾ ਰਾਜੇ ਸ਼ੀ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ। ਇਹਦਾ ਅਰਥ ਕੋਈ ਵੇਲਾ ਨਹੀਂ, ਰਾਤ ਨੂੰ ਸੁੱਤਿਆਂ ਪਿਆ ਮਾਵਾਂ ਦੇ ਪੁੱਤਰਾਂ ਨੂੰ ਉਠਾ ਲੈਂਦੇ ਨੇ, ਭੈਣਾਂ ਦੇ ਭਰਾਵਾਂ ਨੂੰ ਉਠਾ ਲੈਂਦੇ ਨੇ, ਕੋਈ ਨਹੀਂ ਪੁੱਛਦਾ। ਰਾਤ ਨੂੰ ਸੁੱਤਿਆਂ ਨੂੰ ਉਠਾ ਉਠਾ ਕੇ ਇਹ ਗੋਲੀਆਂ ਨਾਲ ਵਿੰਨਦੇ ਪਏ ਨੇ। ਜਾਏ ਜਗਾਇਨ ਬੈਠੇ ਸੁੱਤੇ ਤੇ ਸਾਹਿਬ ਕਹਿੰਦੇ ਨੇ ਚਾਕਰ ਨਾਂਦਾ ਪਾਇਨ ਘਾਓ, ਰਤ ਪਿੱਤ ਕੁੱਤਿਓ ਚੱਟ ਜਾਓ। ਇਹਨਾਂ ਲੋਕਾਂ ਨੇ ਕਿਹਾ ਗੁਰੂ ਨਾਨਕ ਸਾਹਿਬ ਨੂੰ ਕਿ ਇਹ ਤਾਂ ਬੇਤਾਲ ਏ। ਖੈਰ ਮੈਂ ਅੱਗੇ ਤੁਰਾਂ। ਸਾਧ ਸੰਗਤ ਬਾਬਾ ਜੀ ਕਹਿੰਦੇ ਨੇ ਕੋਈ ਆਖੇ ਭੂਤਨਾ, ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ। ਤੇ ਜਿਨ੍ਹਾਂ ਨੂੰ ਸਮਝ ਪੈ ਗਈ ਨਾ, ਬਾਬਾ ਜੀ ਕਹਿੰਦੇ ਨੇ ਸਾਰੇ ਇੱਕੋ ਜਿਹੇ ਨੇ, ਸਭ ਵਿੱਚ ਪਰਮੇਸ਼ਵਰ ਦੀ ਜੋਤ ਏ। ਜੇ ਕੋਈ ਕਹਿੰਦਾ ਮਰਦਾਨਾ ਤਾਂ ਡੂਮੇ ਤੇ ਪਹਿਲਾ ਸਮਾਂ ਸੀ ਕਿ ਹਿੰਦੁਸਤਾਨ ਦੀ ਧਰਤੀ ਤੇ ਬਰਾਬਰਤਾ ਦਾ ਕਿ ਕਿਸੇ ਸ਼ੂਦਰ ਨੂੰ ਆਪਣੇ ਘਰ ਵਿੱਚ ਨਹੀਂ ਆਪਣੇ ਬਰਾਬਰ ਬਿਠਾ ਕੇ ਕਿਹਾ ਹੋਵੇ ਡੂਮ ਨਹੀਂ, ਮਰਦਾਨਾ ਤਾਂ ਮੇਰਾ ਭਾਈ ਹੈ। ਪਹਿਲਾ ਸ਼ਬਦ ਮਰਦਾਨੇ ਨੂੰ ਮਿਲਿਆ ਭਾਈ ਦਾ। ਕਮਾਲ ਦੀ ਗੱਲ, ਭਾਈ ਲਾਲੋ ਨੂੰ ਗੁਰੂ ਨਾਨਕ ਸਾਹਿਬ ਕਦੀ ਨਹੀਂ ਮਿਲੇ, ਇਤਿਹਾਸ ਦੇ ਪੰਨੇ ਵਾਚੋ ਕਦੀ ਨਹੀਂ ਮਿਲੇ। ਪਰ ਲੋਕਾਂ ਨੇ ਸੈਦਪੁਰ ਤੋਂ ਬਾਅਦ ਇਹ ਬਾਹਰ ਇਹਦਾ ਘਰ ਬਣਾਇਆ। ਸ਼ੂਦਰ ਹੈ ਨਾ, ਜਦੋਂ ਹਜ਼ੂਰ ਇਹਦੇ ਘਰ ਜਾਂਦੇ ਨੇ ਇਹ ਵਿਚਾਰਾ ਚੌਂਕਾ ਪਿਆ ਲਿਪਦਾ ਹੈ।
ते जदों भोजन पांदा है आप दोनों जी गल विच पल्ला पा के खलो जांदे ने। हजूर एक पासे भाई मरदाने नूं बिठांदे ने ते आवाज देंदे ने, भाई लालो तू भोजन नहीं छकना? कहन लगा बाबा ये भोजन मैं तेरे बराबर बैठ के छकां, मैं तां शूदर हां। मेरे साहब ने कहा नहीं ओ लालो मैं तां भोजन छकना ही तां है जदों तू मेरे एक पासे बैठ के आप भोजन छकेगा। उन्हां कहा मेरा गुरु नानक आदमी विचों इंसान विचों इंसानियत नूं तकदा पिया है। सतगुरु ने शायद यही कारण मैं कई बारी अर्ज करना हुन्ना कि गुरु ग्रंथ साहिब की बाणी पढ़ने ते शायद अगे भी कीती होवे। सतगुरु ते सिख राय बुलार वर्गे ने, शिवनाह वर्गे ने, मनसुख वर्गा व्यापारी जिहदे जहाज चलदे ने, भगीरथ वर्गा जिमीदार बंदा, इन्ने इन्ने तकड़े गुरु नानक दे सिख ने। जुनी चंद वर्गा जिहदे घर ते 7 झंडे उस वक्त झुलदे ने कि इहदे घर 7 लाख रुपया है। किसे दा नाम गुरु नानक दी बाणी विच नहीं, पर 2 नाम, एक भाई लालो ते एक मरदाना पहला, दोनों दे नाम मेरे गुरु नानक साहब दी बाणी विच मिलदे पए ने। ते जदों इन्हां नूं बराबर बिठाया ते कुछ लोकां ने कहा गुरु नानक तां आदमी नूं आदमी समझदा है, पर असल विच गुरु नानक हैन की? हजूर बाणी विच कह रहे ने, कोई आखे पूतना को कह बेताला, आखे पूतना को कह बेताला, कोई आखे आदमी नानक बेचारा। ते साहब कहंदे ने भया दीवाना शाह का, मैं तां अपने प्रीतम दे रंग विच दीवाना हो गया। भया दीवाना शाह का नानक बौराना हों हर बिन और ना जाना। ते पुछया सतगुरु नाम विच दीवाने किवें होईदा है? साहब कहंदे ने तो दीवाना जानिए जे भय दीवाना होए, जेड़ा वैगुरु दे भय विच मस्ताना हो जांदा है। एक ही साहिब बारा दूजा अवर ना जाने कोई, तो दीवाना जानिए जा एका कार कमाए। कहन लगे प्यारे के हुक्म पछाणे खसम का, दूजी अवर सियाण पकाए। कौन है रब दे नाम दा दीवाना? तो दीवाना जानिए जा साहिब धरे प्यार, मंदा जाने आपको अवर भला संसार। कहन लगे ओ दीवाना है जेड़ा रब दी कार कमांदा है, ओदे भय विच रहिंदा है, अपने आप नूं मंदा कहंदा है, पर प्यारे अकाल पुरख वैगुरु दे बनाए जीवां नूं कहंदा है तुसीं तां सारे मेरे तो उच्चे हो। खैर मैं अर्ज कर रहा, मेरे गुरु नानक साहब नूं लोकां ने 3 तरह दे शब्दां नाल संबोधन कीता ते जेड़े प्रेम विच भिजे सन ओ तां खुदा नानक निरंकारी परमेश्वर दा नूर कहंदे सन। प्यारिओ सुल्तानपुर तो तुर लगे ने ते अज मेरे गुरदेव नाल भाई मरदाना जी तुरे ने। कई विद्वाना ने भाई बाला जी का भी जिक्र किया है, पर जदों सतगुरु ने रबाब लैके दिती है भाई मरदाने नूं, मैं बचन पढ़दा पिया सां एक सज्जण दे कल, वो कहंदा ये रबाब कित्थों लियांदी? एक पिंड है मत्ते दी सरां, जिन्हों नागे दी सरां कहंदे ने, मुक्तसर दे नेड़े वे ये पिंड, फरीदकोट जिले विच मेरा ख्याल है शायद। ते ओ पिंड है जिथे गुरु अंगद साहिब दा प्रकाश होया सी। ओ विद्वान लिखदा भाई फरंदा जिहड़ा है इस पिंड दा रहण वाला सी, जिन्ने रबाब भाई मरदाने नूं गुरु नानक साहिब जी लई दित्ती सी। जदों रबाब दित्ती ते कहंदे ने भाई मरदाने नूं भाई फरंदे ने एक बचन कहा सी, कहन लगे सजना ये इस लोक दी रबाब नहीं, एक काम करी मैं उदन अर्ज कीती सी, क्या सी मरदानिया ये रबाब मेरे गुरु नानक तो बिना किसी अगे वजाई ना। ते लिखदा भाई संतोख सिंह जिदन सुल्तानपुर दी धरती ते रबाब आई ते रबाब वजी ते एक शब्द जड़े पहले निकले ते ओ शब्द सन धन निरंकार नानक जन बंधा तेरा। पहले शब्द निकले रबाब दियां तारां विचों ते ओथे ओ लिखदे ने जदों मरदाने ने रबाब बजाई, गुरु नानक साहिब जी ने इलाही बाणी दा कीर्तन कीता ते जिस रुख थले गुरु नानक बैठ के कीर्तन करते ने वो लिखते ने उन्हां रुखां विचों भी रस चों लग पैंदा सी। भाई साहब जी ने बड़े प्यारे बचन कहन लगे सतगुरु गुरु नानक साहब दे शब्द विच ते भाई मरदाने दी वजाई होई रबाब विच इन्ना कु रस सी कि बिरखन ते रस नुचरन लग गयो, रुखां दे पत्तियां विचों रस निकलिया। कहन लगे सारियां लोकां नूं अपनी सद बुध भुल गए। सतगुरु अज सुल्तानपुर तो तुर लगे ने, मेरे बाबे दे नेड़े मोह नहीं। आ 2-4 दिन किते घर तो दूर जाओ, किते 2-4 साल घर तो दूर जाओ,
घर दे मोह दीआं तंदां परत परत के खिचदियां ने। ते अज चिट्टा देने एक विद्वान ने बड़ा सोहना कहा, कहंदा महात्मा बुद्ध भी घरों तुरे ने। पहला सोचिया दिने निकलांगा ते मन विच आया जदों तुरांगा ते जे घर वाली सुपत्नी ने रोकिया ते मोह दीआं तंदां ओहदे अखां दा नीर मैनू घरों नहीं निकलन देगा। तुरांगा ते बजुर्ग बाप दे तरले मैनू रोक लैणगे, मेरा पुत्र मेरियां लत्तां नू पकड़ेगा ते मैं मोह विच बज जांगा। रात नू सुत्तियां नू छड्ड के तुर पए। कहन लगा देखो सब ते वड्डा सतगुरु नानक क्यों में। अज चिट्टा देने दोनों पुत्र जेड़े ने उन्हां ने गुरु नानक साहब दे चरण पकड़े ने। माता सुलखनी कोल नेत्रां विच नीर भर के खलोती है। बेबे नानकी अपने गुरु दी रजा नू समझण वाली है। ते अज दौलत खां ते इथों तक कहंदा है गुरु नानक अज तो बाद तेरी किरत ते जे कोई शक करे ते खुदा दा देनदार तू एक काम कर, आ मोदी खाना सांभ, सुल्तानपुर शहर दा प्रबंध सांभ, तू जाई ना, मैनू एक वक्त दा प्रशादा दे दे, पर एक काम करी गुरु नानक मेरी इस सुल्तानपुर दी धरती नू छड्ड के ना जाए। जेड़े इन्ने लोग रोकण वाले आए पर मोह ने असर नहीं कीता। इको गल कही, कहन लगे सज्जन जी अग लगी है बुझाण तुरिया वा। उन्हें क्या बाबा जे अग लगी है मैं कोई प्रबंध कर देना, दस अग किथे लगी है। साहब कहन लगे लोधी जी ए दौलत खां तू अग बुझा सकना है बाहर दी, तू केवल पानी ना अग बुझा सकना है, पर प्यारिया मेरा वाहिगुरु कहंदा हर बिन जियो जल बल जाओ। नाम तो बिना लोग सड़दे पए नहीं। मैं अपना गुर पूछ देखिया अवर नाही थाऊं। अग केड़ी है हंस खेत लोभ कोप चारे नदियां अग, पवै दज्जै नानका तरियै करमी लग। लोकां दे अंदर अग दियां नदियां पईयां वगदियां नहीं। साहब कहन लगे सजना बाहर दी अग तां पानी नाल बुझ जांदी है, पर जेड़े लोकां दे अंदर लग लगी है ते विलकदे पए ने जै तन बाणी विसर जाए, जो पक्का रोगी विल लाए। जेड़े इन्ने कु तपे ने जियो तपता है बारो बार, तप तप खपे बहुत बेकार। उन्हां लोकां दे अंदर दी अग नू पानी नाल नहीं, उन्हां लोकां दी अग नू केवल रब दी बाणी नाल बुझाया जा सकदा है। ते प्यारिया ओ रब दी दात लैके मैं अग बुझाण तुरिया, मैं अग लगी हुई तक नहीं सकदा। हजूर तुरे ने ते बड़ा सोहना बचन लिखे। एक विद्वान ने कहंदा मेरे सतगुरु एक मरदाने नू नाल ले आई, रबाब ओदे कोल है ते प्यारिओ जदों चले ने ओ लिखदा है कि कल के फिरंदे टिग रबाब सी मंगाया पहले कि भाई मरदाना असल विच है कि कल के फिरंदे टिग रबाब सी मंगाया पहले, आप ही सिखाया ओनू आउंदा ना बजाना सी। कहन लगे चारे कुंट तार वजी जंगली पहाड़ी थली, सुनी होया पार रहा आवन ना जाना सी। जग सज्जन जहे काबरा ने बाबर जहे जाबरा ने, सुनिया तराना सी बाबे दा रबाबी रब आपी पिन्नी तार जी दी, नाम मरदाना जग तार ने बहाना सी। गुरु नानक साहब ने मरदाने रबाबी नू नाल लिया है, दुनिया नू तारन वास्ते तुरिया है। ते मैं अर्ज करा मरदाने वर्गा भागां वाला कोई नहीं जे, जिन्हें सब तो ज्यादा गुरु नानक साहब दी संगत नू माणिया। अज तुरे ने गुरु नानक साहब ते डॉक्टर बलबीर सिंह ना भाई वीर सिंह होरां दे छोटे भरा होए ने। उन्हां ने एक पुस्तक उन्हां दियां दो तीन मिलदियां ने, एक दा नाम है लम्मी नदर, ते उस पुस्तक दा जिहड़ा पहला चैप्टर है ओदा नाम है रबाब। वो कहंदा समझो गुरु नानक शब्द है भाई मरदाना सुर ते। बड़े कमाल दी गल उन्हें कही, कहन लगा शब्द ते सुर दे नाल मेरा गुरु नानक साहब इस जगत जलंदे नू ठारन तुरे। हजूर ने हिंदू तीर्थां ते भी गए, मैं ओदा जिक्र संखेप विच कर चुका वां। हजूर ने कर्म कांडां तो वरजिया। अज मेरे सतगुरु उन्हां लोकां कोल भी गए ने जिन्हां ने अपने जीवन नू कमाया ते जरूर है, पर कमाई करके केवल निज स्वार्थ विच खलो गए ने, अपने जीवन दी कमाई नू परोपकार वास्ते वरतिया ने। सतगुरु दे प्यारे सिख भाई साहब भाई गुरदास होरां ने कुछ कु उदासियां दा संखेप विच जिक्र कीता है। साहब तीर्थां ते गए, तीर्थां तो बाद मेरे हजूर सुमेर पर्वत ते गए ने। भाई गुरदास दियां वारां दे आधार ते मैं अर्ज करनी है कि गुरु नानक साहब जदों सुमेर ते पहुंचे ने ते ओ लिखदे ने
कि बाबे डिठी पिरथमी गुरु नानक साहब ने धरती नूं तकिया। भाई साहब दी बाणी है, नवा खंड जिथों तक आई, जिथों तक भी धरती है, मेरे गुरु नानक साहब ने ओनू तकिया। फिर चढ़िया जाए सुमेर पर, फिर मेरा गुरु नानक सुमेर पर्वत ते गया है। ते मैं इन्नी को अर्ज करनी है, जिस गुरु नानक दी तुसी बाणी पढ़दे हो, उस गुरु नानक दे घर विच किन्नियां कु रहमतां ने गुरु नानक दे चरनां नाल जुड़ के तां देखिए किन्ने कु लोग गुरु नानक दी किरपा नाल वरसाए गए। बाबे डिठी पिरथवी नवा खंड जिथे तक आई, फिर चढ़िया जाए सुमेर पर, सिंध मंडली नदरी आई। जदों सिद्ध दिसे ने गोरख आद वगैरह 84 सिद्ध गोरख आद मन अंदर गणती वरताई। जदों सिद्धा ने तकिया, दो मनुख तुरे आउंदे ने, हुण बर्फ दीयां सिल्लां ते बैठे ने, अत दी ठंडे उन्हां लोकां ने कमाईयां कर करके रिधियां सिद्धियां नाल तन नूं साधिया, शरीर पै रहिंदे ने, आप निकल जांदे ने। हैरान हो गए, अज साडे तो बिना किवें पहाड़ ते पहुंच गए ने। कहन लगे 84 सिद्ध गोरख आद मन अंदर गणती वरताई। ते जदों हजूर कोल गए ना, हुण सिद्धां दी किसे दी उम्र सी 2 साल, किसे दी 250 साल, ते मेरे हजूर लई शब्द उन्हां ने बालका वरतिया। क्योंकि अक्सर ना जदों अपने तो छोटे नूं ज्ञान होवे ना, अंदर दा हंकार छेती कीतिया छोटे दी गल मनण नूं तैयार नहीं जिउंदा। चेते रखना, यह भी एक हंकार दा लक्षण है। ते मैं एक दिन शायद अर्ज कीती सी, बोड़ दा रुख जदों जमदा है ना, उदों ओनू बरीके कोमले जिस तरह मर्जी मसल दिओ, ते जदों वड्डा हो जाए छेती कीतिया वो पुट्टिया नहीं जांदा, ओदियां अपनियां दाड़ां जड़ां निकल आउंदियां ने। प्यारिओ, जेड़े पढ़ पढ़ के हंकारी हो गए जांदे ने, वो बोड़ दे रुख दी तरह ने, ते जेड़े भोले पाए गुरु दी कृपा ले जांदे ने, वो तां मानो इस तरह ने जिवें जमदा होया कोमल जिहा बोड़ दा रुख है। सतगुरु नूं शब्द परता की वरते, कहन लगे हो बालके, असीं तां करामातां नाल आए हां, तुसीं किवें पहुंच गए हो? गोरखां ने पुछ रहा, गोरख दे चेलियां ने 84 सिद्ध गोरख आद मन अंदर गणती वरताई। सिद्ध पुछण, सुन बालिया, इत्थे बालिया दर ते गुरु नानक नूं, ओ बालके कौन शक्ति तो इत्थे लियाई, केड़ी ताकत तैनू इत्थे लैके आई है? सिद्धा अंदर मैं असी कमाई कीती, पर असी अपनी ताकत नाल आए? मेरा बाबा कहंदा नहीं होए, मेरे कोल तां ताकत कोई नहीं। कहन लगे आए किवें? साहब कहंदे ने, हौं जपिया परमेश्वरो, भाव भगत संग ताड़ी लाई, केवल एक ओंकार दे चरनां नाल जुड़िया वां, ओदे नाम नूं जप के तुरिया, ते जिधर वो प्रेरणा देंदा मैं तुरिया जाना। मेरे वस विच कुछ नहीं, नाम जपाण वाला मैनू आप ही तुहाडे कोल लैके आया। हौं जपिया परमेश्वरो, भाव भगत संग ताड़ी लाई। आखण सिद्ध सुन बालिया। अगला सवाल सी, अपना नाम तुम देओ बताई, दस बालके तेरा नाम की है? हजूर ने अगला बचन क्या, बाबा आखे नाथ जी, नानक नाम जपे गत पाई। मेरा नाम नानक है। परमेश्वर दे नाम नूं जपण तुरिया ते लभण तुरिया वां, कोई नाम विच रंगिया मिल जाए। वेखण तुरिया वां कोई मेरे प्रीतम दा दीवाना होवे, लभण तुरिया वां मेरे प्रीतम दे नाम विच कोई मस्त होवे, लभण तुरिया वां मेरे प्रीतम दे नाम दा कोई गाहक होवे, उन्हां नाल बैठ के प्यारे दी सिफत करन तुरिया। हुण सिद्धां ने कुछ सवाल कीते, सोचिया भी गुरु नानक साहब बारे सोच के इहदियां गल्लां तो इंज लगदा इहदे कोल बड़ी वड्डी ताकत है, क्योंकि सतगुरु दे शब्दां विच अडोलत है। हजूर दे मन विच कोई इहो जिहा भरम नहीं कोई डुला सके। ते उन्हां ने फिर पुछया, कहन लगे कि गुरु नानक साहब नूं सिद्ध पुछन, सुन नानका, मात लोक विच क्या वरतारा, जेड़े घरां नूं असीं छड्ड के आए हां, हुण परोपकारी सतगुरु वल तको, जगत जलंदे नूं ठारन वाला, उन्हां नूं पहाड़ां तो थल्ले लियाउण लगा है। जेड़े दुनिया नूं जंजाल कह के तुरे ने, वो पुछदे ने थल्ले मात लोक विच की है? हजूर ने कहा, तुसीं तां छड्ड ही दित्ता, तुसां की लैणा पुछ के? सिद्ध पुछण, सुन बालिया, मात लोक विच क्या वरतारा, सब सिद्धि ए बुझिया, कल तारन नानक अवतारा। गुरु नानक साहब कलयुग नूं तारन वास्ते आए ने। ते बाबे आख्या, नाथ जी, सच चंद्रमा कूड़ अंधारा, जे पुछदे हो थल्ले की है, जिस प्रजा नूं जिन्ना घरां नूं तुसीं छड्ड के आए हो, सच दा चंद्रमा छिप गया जे, कूड़ दा हनेरा पै गया। तुसीं पुछदे हो मैं क्यों चढ़िया वां? कह लगे कूड़ अमावस वरतिया, हौं भालण चढ़िया संसारा, कूड़ दी मस्या दी रात आ गई जे, मैं लभण तुरिया वां, किते सच दी चिणग है?
कूड़ अमावस वरत्या। साहब जी कहन लगे, हों भालन चढ़िया संसारा, पाप गृषि पृथ्वी, धवल खरा धर हेठ पुकारा। थले धरती पापा नाल ग्रसी गई जे। ते उत्थे फिर जोगियां नाल जदों चर्चा कीती ते जोगियां ने सोचिया गल्लां बड़े पते दियां करदा है। हुण सतगुरु इन्हां दे अंदर नूं थोड़ा जिहा टकोरन लगे ने, कहन लगे हद हो गई, थले इन्ना पाप है, कूड़ दी कूड़ चार चुफेरे पसरिया है। हजूर ने फिर संबोधन करके क्या, ओ सिद्धो सिद्ध छिप बैठे पर्वती, कौन जगत को पार उतारा। अगला बचन क्या, जोगी ज्ञान विहूणिया, ओ ज्ञान तो सखने जोगियो, निस दिन अंग लगाए सारा, दिन रात पिंडे ते सवाई मली फिरदे हो। जिन्ना घरां नूं छड्ड के आए उन्हां घरां दी हालत तां तको की बनया पिया, पाप ही पाप पसरिया है, उत्थे जुल्म दी हनेरी झुल्ली पई है। जोगी ज्ञान विहूणिया, निस दिन अंग लगाए सारा। ते पुछदे ने जोगी बाबा नानक जी, लोक क्यों सड़दे पए ने। ते साहब ने क्या, बाज गुरु डुब्बा जग सारा, पूरे गुरु तो बिना लोक डुब गए ने। हुण एक रबाबी मरदाना है, दूसरे मेरे गुरु नानक साहब ने, जां इउं कहो एक गुरु नानक ने, दूसरा भाई मरदाना रबाबी है। हुण देखो लोकां ने मेरे गुरु नानक साहब नूं अपने वल खिच्चण दी कोशिश कीती है, पर इस बिरती नाल नहीं कि आपां गुरु नानक दे खो जाइए। इस बिरती दे नाल अजे नौजवान है, इनू कोई लालच देने आ रिधियां सिद्धियां दा, इनू कोई तमा देने आ कि दुनिया दे पदार्थां दा। ते जोगी आंदे ने सजणों बेबाक जे, बोलदा सच जे, ते जे किते नानक साडा चेला बन गया ना, ते फिर दुनिया ते साडे जोगियां दा झंडे चुलणगे, साडे नाम दी जय जयकार है। चेते रखना, बंदा कई बारी हंकार विच आया होया, अंतले दम तक भी गुरु अगे झुकण लई तैयार नहीं, कोशिश यही करदा हुंदा है कि किसे तरीके नाल गुरु मेरे नाल ढल जाए, मैनू गुरु वाल ना ढलना पए। बंदे दी एक फितरत है, केवल जोगी नहीं, आम इंसान का यह सुभाव है कि जे कहिए सतगुरु के बचन मान लो, गुरु की बाणी पढ़ लो, आप तर करांगे। जे किते गुरु गोबिंद सिंह महाराज ने खुल दिती हुंदी ना, आ केस ना रखने हुंदे, अमृत की गल ना हुंदी, बाबे नानक की सिक्खी धन धन होनी सी। प्यारिओ फिर जोगियां वाली बिरती ते नहीं, बजाए कि आप गुरु के चरणों में झुकीए ते कोशिश करिए कि गुरु नूं अपने अनुसार ढाल लईए। जोगियां ने एक दा वरत्या, उन्होंने एक दा खेडिया। गुरु नानक साहब नूं गोरख ने खप्पर दिता, कहन लगे नानक जी एक काम करोगे। हजूर पुछदे ने, दस। मैं भाई गुरदास दियां बाणी दे आधार ते अर्ज कर रहा। कहन लगे वो सामने ना एक टोया है, पहाड़ी विच पानी भरिया, कि तुसी पानी भर के लियाओगे उथों खप्पर विच। इन्हां सोचिया कोई अपनी ताकत दिखावांगे तां झुकेगा ना। हजूर कहन लगे क्यों नहीं, पर की पता सी भलिओ जिन्हों तुसी छलना चाहते हो वो तां गुरु बाणी विच गाउंदा पिया कि धरती तां हीरे लाल जड़ती, पलंग लाल जड़ाओ, मोहनी मुख मणि सोहै, करै रंग पसाओ। इना कुछ लैके मत देख भूला विसरै, तेरा चित ना आवे। नौ जिन्हों तुसी माया नर भरमाना चाहते हो, वो गुरु तां बाणी विच गाउंदे पए ने, नदियां होवै धेणवां, जे सारियां नदियां गावां दा रूप धारण कर जाण, पानी दे थां ते इन्हां विच दुध वगदा होवे, सुम होवे दुध कीओ। पहाड़ विच ਜਿਹੜੇ पानी दे चश्मे ने, वो घ्यो बन बन के पानी बाहर निकले। सगली धरती शक्कर होवे, जिन्नी धरती दी मिट्टी है मिट्टी शक्कर बन जाए। कहन लगे खुशी करे नित जियो, पर्वत सोना रूपा होवे, पहाड़ियां सोने चांदी दियां बन जाण, पहाड़ उत्ते रुख उगदे ने। ते बाबा जी कहंदे ने मालका जे मेरे लिए तू पहाड़ां उत्ते रुख दी तां ते हीरे मोती भी पैदा कर दें, पर नानक नूं इक्को भुखी तेरे नाम जपण दी। की करना मैं दुध दियां नदियां नूं, की करना घ्यो दे चश्मियां नूं, की करना पर्वत सोने दा, की करने ने हीरे ते मोती। बस इस नानक दी झोली विच अपने नाम दी दात पा दे। सतगुरु नूं भरमाना चाहते हो, जेड़ा हजूर कहंदा नदियां होवै धेणवां, दुध होवै सुमकीओ, सगली धरती शक्कर होवै, खुशी करे नित जियो, पर्वत सोना रूपा होवै, ऊपर लाल जड़ाओ, इना कुछ लैके पी तू है सलाहना, आखण लहे ना चाओ। साहब नूं खप्पर दिता ते मेरे बाबा जी तुर पे। भाई मरदाना पुछदा सतगुरु मैं, हजूर ने क्या टिक। ते मरदाने नूं एक यकीन है, भरोसा है ना मेरे बाबे दी कदी हार नहीं, मेरा बाबा जित के जाएगा, इन्हां नूं झुकना पेगा।
ਤੇ ਪਿਆਰਿਓ ਉਸ ਸਿੱਖ ਨੂੰ ਕਿੰਨਾ ਕੁ ਮਾਣ ਹੁੰਦਾ ਹੋਵੇਗਾ ਜਦੋਂ ਉਹਦੇ ਗੁਰੂ ਦੇ ਚਰਨਾਂ ਵਿੱਚ ਵੱਡੇ ਵੱਡੇ ਕਮਾਈਆਂ ਵਾਲੇ ਮੱਥੇ ਟੇਕਦੇ ਹੋਣੇ। ਉਹਦਾ ਮਨ ਸ਼ੁਕਰ ਨਾਲ ਭਰ ਜਾਂਦਾ ਹੋਣਾ। ਕਿਉਂ ਨਹੀਂ ਗਾਉਂਦਾ ਹੋਣਾ ਕਿ ਮੇਰੇ ਗੁਰੂ ਨਾਨਕ ਤੂੰ ਸਭ ਤੋਂ ਵੱਡਾ ਹੈ। ਕਹਿਣ ਲੱਗੇ ਸਿੱਧੀ ਮਨੈ ਵਿਚਾਰਿਆ ਭਾਈ ਗੁਰਦਾਸ ਦਰਸ਼ਨ ਕਿਵੇਂ ਇਹ ਲੇਵੈ ਬਾਲਾ, ਇਹ ਬਾਲਕਾ ਸਾਡੇ ਤੋਂ ਦਰਸ਼ਨ ਕਿਵੇਂ ਲੈ। ਦਰਸ਼ਨ ਦਾ ਅਰਥ ਇੱਥੇ ਦਿਖਿਆ। ਦਰਸ਼ਨ ਦਾ ਅਰਥ ਫਿਲਾਸਫੀ ਵੀ ਹੈ, ਦਰਸ਼ਨ ਦਾ ਅਰਥ ਵਿਚਾਰਧਾਰਾ ਵੀ ਹੈ। ਸਿੱਧੀ ਮਨੈ ਵਿਚਾਰਿਆ ਦਰਸ਼ਨ ਕਮੈ ਇਹ ਲੇਵੈ ਬਾਲਾ, ਤੇ ਨਾਲ ਕਹਿਣ ਲੱਗੇ ਐਸਾ ਜੋਗੀ ਕਲੀ ਮੇ ਹਮਰੇ ਪੰਥ ਕਰੇ ਉਜਿਆਲਾ। ਜੇ ਇਹ ਰਲ ਗਿਆ ਸਾਡੇ ਪੰਥ ਦੀ ਜੈ ਜੈਕਾਰ। ਖੱਪਰ ਦਿੱਤਾ ਨਾਥ ਜੀ ਪਾਣੀ ਭਰ ਲੈਵਣ ਉੱਠ ਚਾਲਾ। ਕਹਿਣ ਲੱਗਾ ਬਾਬਾ ਆਇਆ ਪਾਣੀਐ ਡਿੱਠੇ ਰਤਨ ਜਵੇਹਰ ਲਾਲਾ। ਜਦੋਂ ਹਜ਼ੂਰ ਆਏ ਤੇ ਪਾਣੀ ਦੀ ਥਾਂ ਤੇ ਉਸ ਗੋਰਖ ਨੇ ਆਪਣੀ ਮਾਇਆ ਪਸਾਰ ਕੇ ਮਾਇਆ ਦੇ ਝਲਕਾਰੇ ਨਾਲ ਉਹਨੇ ਹੀਰੇ ਮੋਤੀ ਲਾਲ ਰਤਨ ਪੈਦਾ ਕਰ ਦਿੱਤੇ ਨੇ। ਪਰ ਪਿਆਰਿਓ ਮੈਂ ਅਰਜ਼ ਕੀਤੀ ਜਿਹੜਾ ਸਤਿਗੁਰੂ ਬਾਣੀ ਵਿੱਚ ਇਹ ਹੋਕੇ ਦਿੰਦਾ ਹੈ ਮੈਨੂੰ ਨਾਮ ਤੋਂ ਬਿਨਾ ਕੁਝ ਨਹੀਂ ਪਾਉਂਦਾ ਤੇ ਉਹਦੇ ਉੱਤੇ ਆ ਮੁੱਠ ਕੂ ਪੱਥਰਾਂ ਦੀ ਅਸਰ ਕੀ ਕਰੇਗੀ। ਡਿੱਠੇ ਰਤਨ ਜਵੇਹਰ ਲਾਲਾ। ਤੇ ਅੱਗੇ ਭਾਈ ਸਾਹਿਬ ਨੇ ਨਾ ਆਪਣੇ ਕੋਲੋਂ ਇੱਕ ਤੁਕ ਪਾਈ ਹੈ। ਉਹਨਾਂ ਨੇ ਪ੍ਰਸੰਗ ਵਿੱਚੋਂ ਨਿਕਲ ਕੇ ਆਪਣੇ ਕੋਲੋਂ ਇੱਕ ਪੰਕਤੀ ਕਹੀ। ਕਹਿਣ ਲੱਗੇ ਦੁਨੀਆ ਦੇ ਲੋਗੋ ਕੀ ਹੀਰਿਆਂ ਨਾਲ ਮੇਰੇ ਗੁਰੂ ਨੂੰ ਭਰਮਾਣਾ ਚਾਹੁੰਦੇ ਹੋ, ਮੋਤੀਆਂ ਨਾਲ ਭਰਮਾਣਾ ਚਾਹੁੰਦੇ ਹੋ। ਪਿਆਰਿਓ ਧਿਆਨ ਰੱਖਿਓ ਅੱਜ ਵੀ ਗੁਰੂ ਨਾਨਕ ਦੀ ਖੁਸ਼ੀ ਸ਼ਬਦ ਕਮਾ ਕੇ ਵੇ, ਉਹਦੇ ਬਚਨਾਂ ਨਾਲ ਜੁੜ ਕੇ ਵੇ, ਉਹਦੀ ਸਿੱਖੀ ਨੂੰ ਕਮਾ ਕੇ ਵੇ। ਜੇ ਸੋਚੀਏ ਮੈਂ ਰੁਪਈਏ ਦੇ ਦਿਆਂਗਾ, ਮੈਂ ਇੰਨਾ ਕੁਝ ਗੁਰਦੁਆਰੇ ਦੇ ਦਿਆਂਗਾ। ਮਲਕ ਭਾਗੋ ਵੀ ਰੁਪਈਆਂ ਦੀਆਂ ਥੈਲੀਆਂ ਦੇ ਢੇਰ ਪਿਆ ਲਾਂਦਾ ਸੀ, ਪਰ ਸੱਚ ਕੀ ਬਾਣੀ ਕਹਿਣ ਵਾਲਾ ਕੇਵਲ ਮਨਾਂ ਨੂੰ ਖਰੀਦਣ ਆਇਆ ਹੈ। ਪ੍ਰੇਮ ਦਾ ਭੁੱਖਾ ਹੈ ਨਾ ਕਿ ਦੁਨੀਆ ਦੀ ਦੌਲਤ ਦਾ। ਉਹ ਤਾਂ ਸਾਰੀ ਧਰਤੀ ਨੂੰ ਸਿਰਜਣ ਵਾਲਾ ਹੈ। ਕਹਿੰਦੇ ਨੇ ਭਾਈ ਗੁਰਦਾਸ ਕਿ ਬਾਬਾ ਆਇਆ ਪਾਣੀਐ ਡਿੱਠੇ ਰਤਨ ਜਵੇਹਰ ਲਾਲਾ। ਤੇ ਅਗਲੀ ਪੰਕਤੀ ਹੈ ਸਤਿਗੁਰੂ ਅਗੰਮ ਅਗਾਧ ਪੁਰਖ ਕਿਹੜਾ ਝੱਲੇ ਗੁਰੂ ਦੀ ਝਾਲਾ। ਕਿਸੇ ਕੋਲ ਤਾਕਤ ਹੈ ਮੇਰੇ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਖਲੋ ਜਾਏ। ਅੱਗੇ ਕਹਿੰਦੇ ਨੇ ਫਿਰ ਆਇਆ ਗੁਰ ਪਰਤ ਕੇ ਸਤਿਗੁਰੂ ਆ ਗਏ। ਨਾਥ ਜੀ ਪਾਣੀ ਠੋੜ ਨਹੀਂ ਉਸ ਤਾਲਾ, ਉਸ ਤਾਲ ਤੇ ਪਾਣੀ ਨਹੀਂ। ਕਹਿਣ ਲੱਗੇ ਜੇ ਪਾਣੀ ਨਹੀਂ ਤਾਂ ਹੋਰ ਕੀ। ਸਾਹਿਬ ਕਹਿਣ ਲੱਗੇ ਜਿੰਨਾ ਪੱਥਰਾਂ ਦੀ ਲਿਸ਼ਕ ਨਾਲ ਤੂੰ ਭਰਮਾਣਾ ਚਾਹਨਾ ਹੈ ਮੈਂ ਉਹਨਾਂ ਪੱਥਰਾਂ ਦੀ ਪਰਵਾਹ ਨਹੀਂ ਕਰਦਾ। ਸਾਹਿਬ ਨੇ ਉੱਥੇ ਸਿੱਧ ਗੋਸ਼ਟ ਕੀਤੀ ਜਿਹੜੀ ਰਾਮਕਲੀ ਰਾਗ ਵਿੱਚ ਦਰਜ ਹੈ। ਤੇ ਉੱਥੇ ਫਿਰ ਭਾਈ ਗੁਰਦਾਸ ਕਹਿੰਦੇ ਨੇ ਜਦੋਂ ਬਾਬਾ ਉੱਠਣ ਲੱਗਾ ਫਿਰ ਸ਼ਬਦ ਜਿੱਤੀ ਸਿੱਧ ਮੰਡਲੀ ਕੀ ਤੋਸ ਆਪਣਾ ਪੰਥ ਨਿਰਾਲਾ। ਆਪਣਾ ਪੰਥ ਨਿਆਰਾ ਰੱਖਿਆ ਸ਼ਬਦ ਨਾਲ ਸਿੱਧਾਂ ਨੂੰ ਜਿੱਤ ਲਿਆ। ਮੇਰੇ ਕਹਿਣ ਤੋਂ ਮੁਰਾਦ ਗੁਰੂ ਨਾਨਕ ਸਾਹਿਬ ਜੇ ਸਿੱਧਾਂ ਕੋਲ ਜਾਂਦੇ ਨੇ ਉਹਨਾਂ ਨੂੰ ਅੰਦਰ ਤੋਂ ਜਾਣੂ ਕਰਾਉਂਦੇ ਨੇ। ਤੇ ਜੇ ਹਜ਼ੂਰ ਭਾਈ ਗੁਰਦਾਸ ਦੀ ਬਾਣੀ ਮੁਤਾਬਕ ਹੁਣ ਗਏ ਨੇ ਬਗਦਾਦ ਦੀ ਧਰਤੀ ਨੂੰ, ਉਹਨਾਂ ਦੀਆਂ ਵਾਰਾਂ ਵਿੱਚ 2 ਪੌੜੀਆਂ ਮੈਂ ਅਰਜ਼ ਕਰਨੀਆਂ ਨੇ। ਗੱਲ ਮਰਦਾਨੇ ਤੋਂ ਸ਼ੁਰੂ ਕੀਤੀ, ਇੱਕ ਬਾਬਾ ਜੀ ਨੇ ਇੱਕ ਭਾਈ ਮਰਦਾਨੇ। ਹੁਣ ਗੁਰੂ ਨਾਨਕ ਸਾਹਿਬ ਜਦੋਂ ਬਗਦਾਦ ਦੀ ਧਰਤੀ ਤੇ ਪਹੁੰਚਦੇ ਨੇ ਤੇ ਭਾਈ ਗੁਰਦਾਸ ਨੇ ਬੜਾ ਪਿਆਰਾ ਇੱਕ ਬਚਨ ਕਿਹਾ। ਇਸ ਬਗਦਾਦ ਦੀ ਧਰਤੀ ਤੇ ਇੱਕ ਪੀਰ ਸੀ ਜਿਹਦਾ ਨਾਮ ਸੀ ਦਸਤਗੀਰ। ਇਹਦੀ ਸਿੱਖੀ ਸੇਵਕੀ ਇਹਦੇ ਚੇਲੇ ਬਾਲ ਕੇ ਬਹੁਤ ਸਨ। ਸਾਰਾ ਸ਼ਹਿਰ ਇਹਦੇ ਹੁਕਮ ਵਿੱਚ ਸੀ। ਭਾਈ ਗੁਰਦਾਸ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਬਗਦਾਦ ਵਿੱਚ ਗਏ ਨਾ ਤੇ ਪ੍ਰੋਫੈਸਰ ਕਰਤਾਰ ਸਿੰਘ MA ਨੇ ਇਹ ਲਿਖਿਆ। ਕਹਿੰਦੇ ਨੇ ਕਿ ਬਗਦਾਦ ਤੋਂ ਬਾਅਦ ਕਬਰਾਂ ਵਿੱਚ ਗੁਰਦੇਵ ਨੇ ਡੇਰਾ ਕੀਤਾ ਬਗਦਾਦ ਤੋਂ ਬਾਹਰ ਵਾਲੇ ਪਾਸੇ। ਜਦੋਂ ਗਏ ਪ੍ਰਭਾਤ ਵੇਲਾ ਹੋਇਆ ਤੇ ਕਹਿੰਦੇ ਨੇ ਹਜ਼ੂਰ ਜੀ ਅੰਮ੍ਰਿਤ ਵੇਲੇ ਉੱਠ ਕੇ ਜਿਹੜਾ ਨੇਮ ਸੀ ਆਪਣਾ ਕਰਨਾ ਸੀ। ਕਹਿੰਦੇ ਨੇ ਹਜ਼ੂਰ ਨੇ ਬਾਂਗ ਦਿੱਤੀ। ਹੁਣ ਬਾਂਗ ਕਿਹੜੀ ਸੀ? ਦਸਤਗੀਰ ਵੀ ਰੋਜ਼ ਬਾਂਗ ਦਿੰਦਾ ਹੈ, ਪਰ ਉਹਦੀ ਬਾਂਗ ਤੋਂ ਪਹਿਲਾਂ ਇੱਕ ਆਵਾਜ਼ ਆਈ। ਉਸ ਬਾਂਗ ਦਾ ਪੰਜਾਬੀ ਰੂਪ ਜਿਹੜਾ ਸਿੰਘ ਸਾਹਿਬ ਭਾਈ ਮਨੀ ਸਿੰਘ ਕਿਹੜੇ ਜਿਨ੍ਹਾਂ ਦਾ ਬੰਦ ਕੱਟਿਆ ਗਿਆ ਸੀ ਉਹਨਾਂ ਨੇ ਜਨਮ ਸਾਖੀ ਵੀ ਦਿੱਤਾ। ਉਹ ਬਾਂਗ ਕਿਹੜੀ ਹੈ? ਭਾਈ ਸਾਹਿਬ ਕਹਿੰਦੇ ਨੇ ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਅਸਥਾਨਾ। ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਅੱਗੇ ਉਹ ਕਹਿੰਦੇ ਦਿੱਤੀ ਬਾਂਗ ਨਿਵਾਜ ਕਰ। ਬਾਂਗ ਦਿੱਤੀ, ਉਹ ਬਾਂਗ ਕਿਹੜੀ ਸੀ? ਭਾਈ ਮਨੀ ਸਿੰਘ ਉਸ ਬਾਂਗ ਦੇ ਸ਼ਬਦ ਦਿੰਦੇ ਨੇ। ਉਹ ਬਾਂਗ ਸੀ, ਉਹ ਕਹਿੰਦੇ ਨੇ ਕੰਨਾਂ ਵਿੱਚ ਉਂਗਲਾਂ ਦੇ ਦਿੱਤੀਆਂ। ਹਜ਼ੂਰ ਖੜੇ ਹੋ ਗਏ ਤੇ ਅੰਮ੍ਰਿਤ ਵੇਲੇ ਗਰਜਵੀਂ ਆਵਾਜ਼ ਵਿੱਚ ਮੇਰੇ ਬਾਬੇ ਨੇ ਕਿਹਾ ਕਿ ਸਤਿ ਸ਼੍ਰੀ ਅਕਾਲ ਗੁਰ ਬਲ ਅਕਾਲ ਚਿਤ ਚਰਨ ਨਾਮ ਘਰ ਘਰ ਪ੍ਰਣਾਮ ਸਰਬ ਜੀਵਨ ਜਵਾਲ ਪ੍ਰਭੂ ਕਿਰਪਾਲ। ਇਹ ਉਸ ਬਾਂਗ ਦੇ ਸ਼ਬਦ ਸਨ। ਭਾਈ ਸਾਹਿਬ ਭਾਈ ਮਨੀ ਸਿੰਘ ਮੁਤਾਬਕ ਕਹਿਣ ਲੱਗੇ ਜਦੋਂ ਗਰਜਵੀਂ ਆਵਾਜ਼ ਗਈ ਏ ਤੇ ਜਿੱਥੇ ਜਿੱਥੇ ਵੀ ਗੁਰੂ ਨਾਨਕ ਦੀ ਆਵਾਜ਼ ਗਈ
ਦਸਤਗੀਰ ਦੀ ਬਾਂਗ ਨਾਲ ਤਾਂ ਲੋਕ ਨਮਾਜ਼ ਪੜਨ ਤੋਂ ਵੀ ਆਲਸ ਕਰ ਜਾਂਦੇ ਸਨ, ਪਰ ਗੁਰੂ ਨਾਨਕ ਦੀ ਬਾਂਗ ਨੇ ਜਿੱਥੇ ਕੋਈ ਬੈਠਾ ਸੀ ਉਹਨੂੰ ਸਮਾਧੀ ਵਿੱਚ ਲੀਨ ਕਰ ਦਿੱਤਾ। ਭਾਈ ਸਾਹਿਬ ਦੀ ਇਸ ਵਾਰ ਦੀ ਰਮਜ਼ ਨੂੰ ਸਮਝੋ, ਰੂਹਾਨੀਅਤ ਨੂੰ ਸਮਝੋ। ਕੇਵਲ ਇੰਨੀ ਗੱਲ ਨਹੀਂ ਬਾਬੇ ਨੇ ਬਾਂਗ ਦਿੱਤੀ। ਮੈਂ ਅਰਜ਼ ਕਰਾਂਗਾ ਕਿ ਸਤਿਗੁਰੂ ਦੇ ਅੰਦਰ ਦੀ ਰੂਹਾਨੀਅਤ ਉਸ ਬਾਂਗ ਵਿੱਚ ਕਿੰਨੀ ਕੁ ਤਾਕਤ ਹੈ। ਕਹਿਣ ਲੱਗੇ ਦਿੱਤੀ ਬਾਂਗ ਨਿਵਾਜ ਕਰ, ਤੇ ਅਗਲੇ ਬਚਨ ਨੇ ਸੁਨ ਸਮਾਨ ਹੋਆ ਜਹਾਨਾ। ਹੁਣ ਸੁਨ ਸਮਾਨ ਦੇ ਅਰਥ ਤੋੜਾਂ ਨੇ ਵੀ ਸਾਰੇ ਸੌ ਗਏ ਨੇ। ਸੁਨ ਸਮਾਨ ਦਾ ਅਰਥ ਜਿੰਨੇ ਵੀ ਗੁਰਮੁਖ ਪਿਆਰੇ ਬੰਦਗੀ ਕਰਨ ਵਾਲੇ ਨੇ ਉਹ ਇਹ ਕਰਦੇ ਨੇ, ਮੇਰੇ ਗੁਰੂ ਨਾਨਕ ਸਾਹਿਬ ਜੀ ਤੇਰੀ ਬਾਂਗ ਨੇ ਸਾਰੇ ਬਗਦਾਦ ਦੇ ਲੋਕਾਂ ਨੂੰ ਸੁੰਨ ਕਰ ਦਿੱਤਾ ਸੀ। ਅੰਦਰ ਦੇ ਫੁਰਨੇ ਰੁਕ ਗਏ, ਖੁਦਾ ਦੇ ਚਰਨਾਂ ਵਿੱਚ ਜੁੜ ਗਏ। ਫਿਰ ਕਹਿੰਦੇ ਨੇ ਸੁੰਨ ਮੁੰਨ ਨਗਰੀ ਪਈ। ਧਿਆਨ ਰੱਖਣਾ, ਬੈਠੇ ਸਤਿਗੁਰੂ ਅਜੇ ਬਾਹਰ ਹੀ ਨੇ, ਬਗਦਾਦ ਦੇ ਅੰਦਰ ਗਏ ਨਹੀਂ। ਸੁੰਨ ਮੁੰਨ ਨਗਰੀ ਪਈ। ਪਰ ਇਸ ਨਗਰੀ ਵਿੱਚ ਇੱਕ ਪੀਰ ਦਸਤਗੀਰ ਏ, ਜਿਹੜਾ ਕਮਾਈ ਵਾਲਾ ਪੁਰਸ਼ ਏ, ਉਹਨੂੰ ਅੰਦਰ ਦੀ ਸੂਝ ਏ। ਦੇਖਦਾ ਮੈਂ ਵੀ ਰੋਜ਼ ਬਾਂਗ ਦੇਣਾ, ਪਰ ਮੇਰੀ ਬਾਂਗ ਨਾਲ ਕਦੀ ਕਿਸੇ ਦੇ ਅੰਦਰ ਇੰਨੀ ਤਬਦੀਲੀ ਨਹੀਂ ਆਈ। ਇਹ ਕੌਣ ਹੈ ਜਿਹਦੀ ਬਾਂਗ ਨੇ ਸੁੰਨ ਮੁੰਨ ਨਗਰੀ ਪਈ, ਸਾਰੇ ਲੋਕ ਬਦੇ ਕਰ ਦਿੱਤੇ ਨੇ। ਦੇਖ ਪੀਰ ਭਇਆ ਹੈਰਾਨਾ। ਤੇ ਅੱਗੇ ਭਾਈ ਸਾਹਿਬ ਕਹਿੰਦੇ ਨੇ ਦੇਖਿਆ ਧਿਆਨ ਲਗਾਏ ਕਰ। ਧਿਆਨ ਰੱਖਣਾ, ਕਮਾਈ ਵਾਲੇ ਪੁਰਸ਼ ਜਿਹੜੇ ਨੇ ਨਾ, ਉਹ ਸਰੀਰ ਦੀ ਬਜਾਏ ਆਪਣੇ ਧਿਆਨ ਨਾਲ ਸਭ ਕੁਝ ਤੱਕਦੇ ਨੇ। ਜੇ ਗੁਰੂ ਨਾਨਕ ਸਾਹਿਬ ਬਾਰੇ ਕਹਿੰਦੇ ਨੇ ਕਿ ਦੇਖੈ ਬਾਬਾ ਦੇਖੈ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਸਾਈ। ਸਤਿਗੁਰੂ ਧਿਆਨ ਵਿੱਚ ਸੜਦੀ ਹੋਈ ਦੁਨੀਆ ਨੂੰ ਤੱਕਦੇ ਨੇ, ਤੇ ਪੀਰ ਕੀ ਤੱਕਦਾ, ਦੇਖੈ ਧਿਆਨ ਲਗਾਏ ਕਰ। ਇੱਕ ਫਕੀਰ ਵੱਡਾ ਮਸਤਾਨਾ ਤੇ ਕਹਿਣ ਲੱਗੇ ਪੁੱਛਿਆ ਫਿਰਕੈ ਦਸਤਗੀਰ, ਕੌਣ ਫਕੀਰ ਕਿਸਕਾ ਕਰਹਾਨਾ। ਹੁਣ ਕੋਲ ਆਏ ਡਾਕਟਰ ਬਲਬੀਰ ਸਿੰਘ ਨੇ ਤੇ ਇੱਕ ਬੜੀ ਸੋਹਣੀ ਗੱਲ ਦਿੱਤੀ। ਉਹ ਕਹਿੰਦਾ ਜਿਹੜੀ ਬਗਦਾਦ ਦੀ ਧਰਤੀ ਹੈ ਨਾ, 1000 ਕੁ ਸਾਲ ਪਹਿਲਾਂ ਇੱਕ ਬੁਖਾਰੇ ਦੇ ਵਿੱਚ ਬੜਾ ਤਕੜਾ ਵਿਦਵਾਨ ਹੋਇਆ, ਜਿਹੜਾ ਕਈ ਵਿਦਿਆ ਵਿੱਚ ਮਾਹਰ ਸੀ। ਉਹ ਵਜੰਤਰੀ ਸੀ, ਗਵਈਆ ਸੀ, ਉਹ ਦਾਰਸ਼ਨਿਕ ਸੀ, ਤੇ ਉਸ ਵਿਦਵਾਨ ਦਾ ਨਾਮ ਸੀ ਆਬੂ ਨਾਸਰ। ਧਿਆਨ ਰੱਖਣਾ, ਉਹ ਫਰਾਬ ਦੇਸ਼ ਦਾ ਰਹਿਣ ਵਾਲਾ ਸੀ, ਤੇ ਇੰਨਾ ਕੁ ਸਿੱਧਾ ਸਾਦਾ ਬੰਦਾ ਸੀ ਨਾ। ਮੈਂ ਇੱਕ ਖਿੰਨ ਵਿੱਚੋਂ ਥੋੜਾ ਜਿਹਾ ਨਿਕਲ ਲੱਗਾ, ਪਰ ਗੱਲ ਇਸ ਨਾਲ ਕਿ ਰਬਾਬ ਪਹਿਲਾਂ ਵੀ ਕਿਸੇ ਵਾਜੇ ਵਜਾਏ, ਪਰ ਬਾਬੇ ਦੀ ਆਵਾਜ਼ ਵਿੱਚ ਕਿੰਨਾ ਕੁਝ ਦਮ ਹੈ। ਉਹ ਕਹਿਣ ਲੱਗੇ ਫਰਾਬ ਦੇਸ਼ ਦਾ ਰਹਿਣ ਵਾਲਾ ਆਬੂ ਨਾਸਰ, ਉਹਨੂੰ ਲੋਕ ਹਕੀਮ ਫਰਾਬੀ ਕਹਿੰਦੇ ਸਨ, ਤੇ ਉਹਨੂੰ ਆਮ ਤੌਰ ਤੇ ਨਾ ਅਮੀਰਾਂ ਲੋਕਾਂ ਦੇ ਘਰ ਵਿੱਚ ਉਹ ਜਾਂਦਾ ਨਹੀਂ ਸੀ। ਅਮੀਰ ਲੋਚਦੇ ਸਨ ਸਾਡੇ ਘਰ ਵਿੱਚ ਆਏ, ਸਾਦੇ ਕੱਪੜੇ ਪਾਣੇ, ਗਾ ਛੱਡਣਾ ਜਾਂ ਕੁਝ ਲਿਖ ਛੱਡਣਾ। ਕਹਿੰਦੇ ਨੇ ਇੱਕ ਦਿਨ ਕਿਸੇ ਅਮੀਰ ਬੰਦੇ ਨੇ ਜਿਹੜਾ ਇਲਮ ਦੋਸਤ ਸੀ, ਉਹਨੂੰ ਬੁਲਾਣਾ ਚਾਹਿਆ ਹਕੀਮ ਫਰਾਬੀ ਨੂੰ, ਪਰ ਗਏ ਨਹੀਂ। ਪਰ ਅਚਨਚੇਤ ਇੱਕ ਦਿਨ ਉਹਦੇ ਘਰ ਵਿੱਚ ਮਹਿਫਲ ਲੱਗੀ ਏ, ਤੇ ਹਕੀਮ ਫਰਾਬੀ ਬਸਤਰ ਪਾਟੇ ਜਾਏ ਮੈਲੇ ਬਸਤਰ ਪਾ ਕੇ ਪਹੁੰਚ ਗਏ। ਪਹਿਲਾਂ ਤਾਂ ਮਹਿਫਲ ਵਿੱਚ ਬੈਠੇ ਹੋਏ ਲੋਕਾਂ ਨੇ ਉਸ ਸੰਤਰੀ ਨੂੰ ਜਿਹੜਾ ਬੂਹੇ ਤੇ ਖਲੋਤਾ ਸੀ ਉਹਨੂੰ ਮੰਦਾ ਕਿਹਾ ਵੀ ਆ ਭਿਖਾਰੀ ਜਿਹਨੂੰ ਅੰਦਰ ਆਉਣ ਦਿੱਤਾ ਹੀ, ਤੇ ਪਰਤ ਕੇ ਉਹਦਾ ਮਜ਼ਾਕ ਉਡਾਉਣ ਲੱਗ ਪਏ। ਡਾਕਟਰ ਬਲਬੀਰ ਸਿੰਘ ਲਿਖਦੇ ਨੇ ਕਿ ਮੈਂ ਪੜ੍ਹਿਆ, ਉਹ ਕਹਿੰਦੇ ਨੇ ਉਹਨੇ ਆਪਣੀ ਬਗਲ ਵਿੱਚੋਂ ਵਾਜਾ ਕੱਢਿਆ, ਤੇ ਜਦੋਂ ਵਾਜਾ ਕੱਢ ਕੇ ਉਹਨੇ ਇਹ ਪਹਿਲੇ ਪਰਦੇ ਤੇ ਵਜਾਇਆ ਨਾ, ਰਾਗ ਗਾਇਆ, ਤੇ ਜਿਤਨੇ ਵੀ ਲੋਕ ਸਨ ਸਾਰੇ ਖਿੜਖੜਾ ਕੇ ਹੱਸਣ ਲੱਗ ਪਏ। ਉਹਦੇ ਗਾਉਣ ਦੀ ਤਸਵੀਰ ਇਹੋ ਜੀ, ਸਾਰੇ ਹੱਸਣ ਲੱਗ ਪਏ। ਕਹਿੰਦੇ ਨੇ ਉਹਨੇ ਪਰਦਾ ਬਦਲਿਆ, ਪਰਤ ਕੇ ਗਾਇਆ, ਸਾਰੇ ਭੁੱਬਾਂ ਮਾਰ ਕੇ ਰੋਣ ਲੱਗ ਪਏ। ਉਹਨੇ ਤੀਜਾ ਪਰਦਾ ਬਦਲਿਆ ਤੇ ਕਹਿਣ ਲੱਗੇ ਜਿੱਥੇ ਜਿੱਥੇ ਕੋਈ ਖਲੋਤਾ ਬੈਠਾ ਸੀ ਸਾਰੇ ਸੌ ਗਏ। ਤੇ ਉਹ ਜਾਣ ਲੱਗੇ ਇੱਕ ਗੱਲ ਲਿਖ ਗਿਆ ਬਾਜੇ ਦੇ ਉੱਤੇ, ਉਹਦੇ ਸ਼ਬਦ ਨੇ ਤੁਮਨੇ ਹकीम फिराबी को मिलना था, वो आया, तुमने उसका मजाक उड़ाया, अब वो तुमको हंसा के रुला के और सुला कर जा रहा है। कहने लगे 1000 साल पहला किते उत्थे पर्दा वजिया जिहड़ा हसा सकदा है, रुवा सकदा है, सुवा सकदा है, पर अज एक और रवा वजी है जिहड़ी जन्मां जन्मां दे सुत्तियां होयां नूं जगा के रब नाल जोड़ सकदी सी। धरती ओ बगदाद दी है। कहने लगे वेखा ध्यान लगाए कर, एक फकीर वड्डा मस्ताना पुछया फिर कह दस्तगीर कोल आके हुण पुछया ध्यान तो उठ के कौन फकीर किसका करहाना, ते अगों कहंदे ने भाई मरदाना बोलिया नानक कल विच आया, रब फकीर इको पहचाना, धरत आकाश चौं दिस जाना। जदों इत्थे गल होई कई लोकां ने इत्थे भी जिक्र कीता पत्थर मारन वास्ते आए, संघसार करन आए, पर गुरु नानक दे कीर्तन अगे पत्थर भी पिघल गए, लोग चुक गए। इत्थे फिर हजूर ने जदों अमृत वेले पातालां पाताल लख आगासां आगास दी गल कही, प्यारिओ अज नहीं, अज तां असीं साइंस दी कसवट्टी ते बाणी परखने आ ना,
ਪਰ ਮੈਂ ਇੱਕ ਅਰਜ਼ ਕਰਾਂ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਸਾਇੰਸ ਨੂੰ ਮੰਦਾ ਨਹੀਂ ਆਪਾਂ ਕਹਿਣਾ, ਬੜੀ ਲੋਕਾਂ ਨੇ ਧਿਆਨ ਲਾ ਖੋਜ ਕੀਤੀ ਏ, ਪਰ ਇੱਕ ਗੱਲ ਚੇਤੇ ਰੱਖਿਓ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਦੀ ਐਨਕ ਨਾਲ ਪੜ੍ਹਿਓ, ਨਾ ਕਿ ਕਿਸੇ ਪੱਛਮ ਦੇ ਵਿਦਵਾਨ ਦੀ ਵਿਚਾਰਧਾਰਾ ਦੀ ਐਨਕ ਨਾਲ ਪੜ੍ਹੀਏ। ਸਮਝਣਾ ਇਸ ਗੱਲ ਨੂੰ। ਹੁਣ ਅੱਜ ਨਹੀਂ, ਸਮਾਂ ਆਵੇਗਾ ਕਦੀ ਜਦੋਂ ਜੇ ਮਨੁੱਖ ਨੇ ਦਿਮਾਗੀ ਤੌਰ ਤੇ ਉਡਾਰੀ ਮਾਰ ਲਈ ਨਾ ਬਹੁਤ ਉੱਚੀ, ਕਈ ਹੋਰ ਖੰਡ ਬ੍ਰਹਿਮੰਡ ਲੱਭ ਲੈ, ਕਿਸੇ ਦਿਨ ਨੂੰ ਇਹ ਸਿੱਧ ਹੋਵੇਗਾ ਕਿ ਕੋਟ ਬ੍ਰਹਿਮੰਡ ਦਾ ਠਾਕੁਰ ਗੁਰੂ ਨਾਨਕ ਹੈ। ਧਿਆਨ ਰੱਖਣਾ, ਭਾਈ ਗੁਰਦਾਸ ਮੁੱਦਤਾਂ ਪਹਿਲਾਂ ਇੱਕ ਗੱਲ ਕਹਿ ਕੇ ਗਏ, ਜਦੋਂ ਲੋਕ ਇਕੱਠੇ ਹੋ ਗਏ ਬਗਦਾਦ ਤੇ ਪੁੱਛਿਆ ਫਿਰਕਾ ਦਸਤਗੀਰ, ਕਹਿਣ ਲੱਗੇ ਤੂੰ ਗੁਰੂ ਨਾਨਕ ਸਾਹਿਬ ਨੂੰ ਪੁੱਛਦਾ ਹੁਣ, ਤੇ ਕੀ ਪੁੱਛਦਾ? ਪੁੱਛਿਆ ਪੀਰ ਤਕਰਾਰ ਕਰ, ਇਹ ਫਕੀਰ ਵੱਡਾ ਅਤਾਈ, ਇਹ ਬੜਾ ਜ਼ਾਹਰ ਪੀਰ, ਇਹ ਕਲਾਵਾਨ ਹੈ, ਇੱਥੇ ਵਿੱਚ ਬਗਦਾਦ ਦੇ ਵੱਡੀ ਕਰਾਮਾਤ ਖਲਾਈ, ਪਾਤਾਲਾ ਆਕਾਸ਼ ਲੱਖ ਓੜਕ ਭਾਲੀ ਖਬਰ ਸੁਣਾਈ, ਤੂੰ ਲੱਖਾਂ ਪਤਾਸ਼ ਕਈ ਪਤਾਲ ਕਹਿਣਾ, ਆਕਾਸ਼ ਕਹਿਣਾ, ਕਿਸੇ ਨੇ 7 ਕਹਿ, ਕਿਸੇ ਨੇ 3 ਕਹਿ। ਹਜ਼ੂਰ ਮੁਸਕਰਾ ਕੇ ਕਹਿੰਦੇ ਨੇ ਲੱਖ ਜਿਹੜੇ ਮੈਂ ਕਹਿਣਾ ਇੱਥੇ ਵੀ ਬਸ ਨਹੀਂ ਹੂੰ। ਧਿਆਨ ਰੱਖੀ, ਆਪਣੀ ਆਪਣੀ ਅੱਖਾਂ ਦੀ ਜੋਤ ਏ, ਕਿਸੇ ਨੂੰ 1 ਕਦਮ ਦਿਸਦਾ, ਕਿਸੇ ਨੂੰ 2 ਕਦਮ ਦਿਸਦਾ, ਕਿਸੇ ਨੂੰ 2 ਮੀਲ ਦਿਸਦਾ, ਤੇ ਜੇ ਕਿਸੇ ਨੂੰ 2 ਕਦਮ ਦਿਸਦਾ ਉਹ ਕਹੇ 2 ਕਦਮ ਤੋਂ ਅੱਗੇ ਦੁਨੀਆ ਖਤਮ ਹੈ। ਜਿਹਦੀਆਂ ਅੱਖਾਂ ਨੂੰ 7 ਦਿਸੇ ਉਹਨੇ 7 ਦੀ ਗੱਲ ਕੀਤੀ, ਜਿਹਨੂੰ 3 ਦਿਸੇ ਉਹਨੇ 3 ਦੀ ਗੱਲ ਕੀਤੀ, ਤੇ ਜਿਹਨੂੰ ਲੱਖਾਂ ਨਜ਼ਰ ਆਉਂਦੇ ਹੋਣ ਉਹ ਲੱਖਾਂ ਦੀ ਗੱਲ ਕਿਉਂ ਨਹੀਂ ਕਰੇਗਾ?